Good morning, everyone. Welcome to Raj Malhotra IAS YouTube channel. I'm Amandeep Kaur. From today onwards, we are going to continue the series of Punjab budget, right? So, ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ PCS ਆਉਣ ਵਾਲਾ ਹੈ ਐਂਡ ਅਗਰ ਆਪਾਂ ਪੰਜਾਬ ਦੇ ਵਿੱਚ ਕਿਸੇ ਐਗਜ਼ਾਮ ਦੀ ਗੱਲ ਕਰੀਏ PCS ਨੂੰ ਛੱਡ ਕੇ ਬਾਕੀ ਵੀ ਜੋ ਐਗਜ਼ਾਮਸ ਹੈ हर एक लिए जो पंजाब बजट है पंजाब इकोनॉमिक सर्वे है वो बहुत ही ज़्यादा इंपॉर्टेंट है अब आप प्रीवियस ईयर क्वेश्चंस की भी गल कर सकते हैं सो आज जो आप शुरू करने वाले हैं सीरीज़ आप पंजाब बजट ਨੂੰ प्रॉपरली डिस्कस करांगे सब तो पहले ये देख लेने कि आप करना कितना है वी विल स्टार्ट फ्रॉम द वेरी बेसिक्स ठीक है जी ਜਿਹੜਾ ਨੋਰਮਲ ਬੇਸਿਕ ਇਕਨੋਮਿਕ ਟਰਮਸ ਨੇ ਆਪਾਂ ਉਹਨਾਂ ਨੂੰ ਡਿਸਕਸ ਕਰਨਾ ਹੈ ਐਂਡ ਉਹਦੇ ਤੋਂ ਬਾਅਦ ਜਿੰਨੇ ਵੀ ਇਨੀਸ਼ੀਏਟਿਵਸ ਬਾਰੇ ਡਿਸਕਸ ਕੀਤਾ ਗਿਆ ਹੈ ਪੰਜਾਬ ਬਜਟ ਦੇ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ ਜਿੱਦਾਂ ਐਗਰੀਕਲਚਰ ਲਈ ਕੀ ਹੈ ਐਜੂਕੇਸ਼ਨ ਦੇ ਲਈ ਕੀ ਹੈ ਹੈਲਥ ਦੇ ਲਈ ਕੀ ਹੈ ਠੀਕ ਹੈ ਤਾਂ ਥੀਮ ਵਾਈਜ਼ ਆਪਾਂ ਟੌਪਿਕਸ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਫਰੋਮ ਦ ਵੈਰੀ ਸਟਾਰਟਿੰਗ ਵੀ ਵਿਲ ਟਰਾਈ ਟੂ ਅੰਡਰਸਟੈਂਡ ਦ ਬੇਸਿਕਸ ਅਬਾਊਟ ਬਜਟ ਐਂਡ ਦੀ ਰਿਲੇਟਡ ਇਕਨੋਮਿਕ ਟਰਮਸ ਠੀਕ ਹੈ ਜੀ ਐਂਡ ਉਹਦੇ ਤੋਂ ਬਾਅਦ ਆਪਾਂ ਪ੍ਰੋਸੀਡ ਕਰਦੇ ਰਹਾਂਗੇ ਸੋ ਹੋਪ ਤੁਹਾਨੂੰ ਬਹੁਤ ਕੁਝ ਇਹਨਾਂ ਸੀਰੀਜ਼ ਤੋਂ ਸਿੱਖਣ ਨੂੰ ਮਿਲੇਗਾ ठीक है एंड आप इन्हों कंटिन्यू करते हैं अज आप बेसिक टर्म्स की गल करते हैं एंड लेट्स स्टार्ट विद द वेरी फर्स्ट थिंग व्हाट इज़ द थीम ऑफ आवर बजट दैट इज़ बदलदा पंजाब बिफोर दैट अपने की एलोकेशंस ने वी विल टॉक अबाउट बट लेट्स फर्स्ट टॉक अबाउट व्हाट इज़ बजट ठीक है जी व्हाट इज़ बजट सो वी अंडरस्टैंड दैट बजट इज़ समथिंग विच आउटलाइन द गवर्नमेंट्स एक्सपैक्टेड एक्सपेंडिचर एंड द रिसीट फॉर द ईयर ठीक है ਸਰਕਾਰ ਨੂੰ ਇੱਕ ਸਾਲ ਦੇ ਵਿੱਚ ਕਿੰਨਾ ਉਹਦਾ ਖਰਚਾ ਆਏਗਾ ਤੇ ਕਿੰਨੀ ਕਮਾਈ ਹੋਣੀ ਹੈ ਉਹਦੇ ਹਿਸਾਬ ਕਿਤਾਬ ਨੂੰ ਆਪਾਂ ਬਜਟ ਬੋਲਦੇ ਹਾਂ ਇਨ ਅ ਸਿੰਪਲ ਲੈਂਗੁਏਜ ਠੀਕ ਹੈ ਅਗਰ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਕੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਟ ਡਿਸਕਸ ਹੋਏਗਾ ਜਾਂ ਬਜਟ ਪੇਸ਼ ਹੋਏਗਾ ਬਿਲਕੁਲ ਸਹੀ ਬਜਟ ਵਰਡ ਦਾ ਯੂਜ਼ ਨਹੀਂ ਹੋਇਆ ਬਟ ਯੈਸ ਵੀ ਹੈਵ ਆਰਟੀਕਲਸ ਵੀ ਕੈਨ ਟਾਕ ਅਬਾਊਟ ਆਰਟੀਕਲ 112 ठीक है ਜਿਹਦੇ ਵਿੱਚ ਗੱਲ ਲਿਖੀ ਹੈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ मतलब बजट ठीक है बजट वर्ड यूज़ नहीं होया एनुअल फाइनेंशियल स्टेटमेंट सो बजट जो पेश किया जाता है राइट एट द सेंटर लेवल अगर आप स्टेट्स की गल करिए अंडर आर्टिकल 202 अंडर आर्टिकल 202 ਜਿਹੜੇ ਸਟੇਟਸ ਨੇ ਉਹ ਸਿਮਿਲਰ ਲੈਵਲ ਤੇ ਆਪਣੀ ਆਪਣੀ ਸਟੇਟ ਦੇ ਵਿੱਚ ਜਿਹੜਾ ਬਜਟ ਹੈ ਉਹਨੂੰ ਪੇਸ਼ ਕਰਦੀਆਂ ਨੇ ਕਿ ਇੱਕ ਸਾਲ ਦੇ ਵਿੱਚ ਠੀਕ ਹੈ ਜਿਵੇਂ ਇੰਡੀਆ ਦੇ ਵਿੱਚ ਆਪਣਾ ਫਿਜ਼ੀਕਲ ਈਅਰ ਆਪਾਂ ਕੀ ਮੰਨਦੇ ਆ 1 ਅਪ੍ਰੈਲ ਟੂ 30 ਮਾਰਚ 31 ਮਾਰਚ ਠੀਕ ਹੈ ਇਹ ਆਪਣਾ ਫਾਈਨੈਂਸ਼ੀਅਲ ਈਅਰ ਹੈ ਇੱਕ ਸਾਲ ਦੇ ਵਿੱਚ ਸਰਕਾਰ ਦਾ ਕਿੰਨਾ ਖਰਚਾ ਆਣਾ ਹੈ ਕਿੰਨੀ ਕਮਾਈ ਹੋਣੀ ਹੈ ਇਹਦਾ ਪੂਰਾ ਜੋ ਹਿਸਾਬ ਕਿਤਾਬ ਹੈ ਉਹ ਬਜਟ ਹੈ ਕੌਨਸਟੀਟਿਊਸ਼ਨ ਦੇ ਵਿੱਚ ਗੱਲ ਕਰੀ ਗਈ ਹੈ ਆਰਟੀਕਲ 112 ਦੀ ਗੱਲ ਕਰ ਸਕਦੇ ਹੋ ਸੈਂਟਰ ਲੈਵਲ ਤੇ ਅਗਰ ਆਪਾਂ ਸਟੇਟਸ ਦੀ ਗੱਲ ਕਰੀਏ ਆਰਟੀਕਲ 202 ਦੇ ਵਿੱਚ ਲਿਖਿਆ ਗਿਆ ਹੈ ਕਿ ਯੈਸ ਸਰਕਾਰ ਜੋ ਸਟੇਟ ਸਰਕਾਰਾਂ ਨੇ ਉਹ ਆਪਣੇ ਆਪਣੇ ਬਿਹਾਫ ਤੇ ਕੀ ਕਰਦੀਆਂ ਨੇ ਬਜਟ ਨੂੰ ਪੇਸ਼ ਕਰਦੀਆਂ ਨੇ ਜੋ ਕਿ ਕੀਤਾ ਗਿਆ ਆਪਾਂ ਪੰਜਾਬ ਦੀ ਗੱਲ ਇੱਥੇ ਬੇਸਿਕਲੀ ਕਰ ਰਹੇ ਹਾਂ ਹੁਣ ਜਿਵੇਂ ਮੈਂ ਕਿਹਾ ਕਿ ਜਿੱਦਾਂ ਜਿਹੜੇ ਕਮਰਸ ਸਟੂਡੈਂਟਸ ਨੇ ਉਹ ਰਿਲੇਟ ਕਰ ਪਾਉਣਗੇ ਕਿ ਲੈਜਰ ਹੁੰਦਾ ਠੀਕ ਹੈ ਲੈਜਰ ਮਤਲਬ ਤੁਸੀਂ ਹਿਸਾਬ ਕਿਤਾਬ ਰੱਖ ਰਹੇ ਹੋ ਕਿੰਨਾ ਪੈਸਾ ਆਏਗਾ ਕਿੰਨਾ ਜਾਏਗਾ ਸੇਮ ਸਰਕਾਰ ਕਰਦੀ ਹੈ ਕਿ ਵੀ ਇੱਕ ਸਾਲ ਦੇ ਵਿੱਚ ਸਾਨੂੰ ਕਿੰਨੀ ਕਮਾਈ ਹੋਣੀ ਹੈ ਉਹ ਇਹ ਹੈ ਅਸੀਂ ਕਿੰਨਾ ਖਰਚਾ ਕਰਾਂਗੇ ਉਹ ਸਾਡਾ ਇਹ ਹੈ ਨੋਰਮਲ ਆਪਾਂ ਜੋ ਲੋਕ ਆ ਆਪਾਂ ਹਮੇਸ਼ਾ ਆਪਣਾ ਕੀ ਕਰਦੇ ਹਾਂ ਕਮਾਈ ਦੇਖਦੇ ਹਾਂ ਕਿ ਵੀ ਇੰਨੀ ਕਮਾਈ ਹੋਏਗੀ ਉਸ ਹਿਸਾਬ ਨਾਲ ਆਪਣਾ ਇੰਨਾ ਖਰਚਾ ਹੋਏਗਾ ਬਟ ਸਰਕਾਰ ਇੱਦਾਂ ਨਹੀਂ ਚੱਲਦੀ ਬਿਕਾਜ਼ ਸਰਕਾਰ ਦਾ ਪਰਪਸ ਅਲੱਗ ਹੈ ਸਰਕਾਰ ਦਾ ਮੇਨ ਪਰਪਸ ਕੀ ਹੈ ਵੈਲਫੇਅਰ ਆਫ ਦ ਪੀਪਲ ਸੋ ਸਰਕਾਰ ਹਮੇਸ਼ਾ ਕੀ ਕਰਦੀ ਹੈ ਆਪਣੇ ਖਰਚੇ ਪਹਿਲਾਂ ਦੱਸਦੀ ਹੈ ਐਕਸਪੈਂਡੀਚਰ ਪਹਿਲਾਂ ਦੱਸਦੀ ਹੈ ਅਤੇ ਕਮਾਈ ਬਾਅਦ ਦੇ ਵਿੱਚ ਠੀਕ ਹੈ ਇਹ ਵੀ ਤੁਸੀਂ ਧਿਆਨ 'ਚ ਰੱਖ ਸਕਦੇ ਹੋ ਐਂਡ ਵੈਰੀ ਇੰਪੋਰਟੈਂਟ ਪੁਆਇੰਟ the budget is not just something which is an economic statement right it is something which is related to the normal human being's life it is something which affects a normal citizen's life ਆਪਾਂ ਸਭ ਨੂੰ ਬਜਟ ਇੰਪੈਕਟ ਕਰਦਾ ਹੈ ਠੀਕ ਹੈ ਕਿਸੇ ਵੀ ਦੇਸ਼ ਦੇ ਵਿੱਚ ਦੋ ਪਾਲਿਸੀ ਸਭ ਤੋਂ ਇੰਪੋਰਟੈਂਟ ਹੁੰਦੀਆਂ ਨੇ ਇੱਕ ਫਿਸਕਲ ਪਾਲਿਸੀ ਇੱਕ ਤੁਹਾਡੀ ਮੋਨੀਟਰੀ ਪਾਲਿਸੀ ਲਾਈਕ ਇਕੋਨਮੀ ਗਰੋਥ ਇਨਫਲੇਸ਼ਨ ਇਹਦਾ ਧਿਆਨ ਕੌਣ ਰੱਖਦਾ ਸੈਂਟਰਲ ਬੈਂਕ ਰੱਖਦੀ ਹੈ RBI ਰੱਖਦੀ ਹੈ ਬਟ ਅਗਰ ਆਪਾਂ ਫਿਸਕਲ ਪਾਲਿਸੀ ਦੀ ਗੱਲ ਕਰੀਏ ਖਰਚੇ ਪੂਰੇ ਸਾਲ ਦੇ ਉਹ ਕੌਣ ਧਿਆਨ ਰੱਖ ਰਿਹਾ ਸਰਕਾਰ ਧਿਆਨ 'ਚ ਰੱਖ ਰਹੀ ਹੈ ਠੀਕ ਹੈ ਜੀ ਅਗਰ ਮੈਂ ਥੋੜ੍ਹੇ ਜਿਹੇ ਹੋਰ ਆਰਟੀਕਲਸ ਰਿਲੇਟ ਕਰਨ ਦੀ ਗੱਲ ਕਰਾਂ ਆਪ ਆਰਟੀਕਲ 266 ਦੀ ਗੱਲ ਕਰ ਸਕਦੇ ਜਿੱਥੇ ਕੰਸੋਲੀਡੇਟ ਫੰਡ ਆਫ ਇੰਡੀਆ ਦੀ ਗੱਲ ਹੋਈ ਹੈ ਕੰਸੋਲੀਡੇਟ ਫੰਡ ਆਫ ਸਟੇਟਸ ਦੀ ਗੱਲ ਹੋ ਸਕਦੀ ਆ ਆਪਾਂ ਆਰਟੀਕਲ 280 ਦੀ ਗੱਲ ਕਰ ਸਕਦੇ ਜਿੱਥੇ ਫਾਈਨਾਂਸ ਕਮਿਸ਼ਨ ਦੀ ਗੱਲ ਹੁੰਦੀ ਹੈ ਜੋ ਐਕਚੁਅਲ ਡਿਵੋਲੂਸ਼ਨ ਕਰਦੇ ਕਿ ਬਈ ਕਿੰਨਾ ਪੈਸਾ ਸੈਂਟਰ ਕੋਲ ਰਹੇਗਾ ਕਿੰਨਾ ਪੈਸਾ ਸਟੇਟ ਕੋਲ ਰਹੇਗਾ ਇਹ ਚੀਜ਼ਾਂ ਆਪਾਂ ਡਿਸਕਸ ਕਰਦੇ ਜਾਵਾਂਗੇ ਬਟ ਫਿਲਹਾਲ ਆਪਾਂ ਇਹ ਸਮਝਿਆ ਕਿ ਬਈ ਬਜਟ ਹੈ ਕਿ ਇੱਕ ਸਾਲ ਦੇ ਵਿੱਚ ਸਰਕਾਰ ਦਾ ਕਿੰਨਾ ਰੈਵਨਿਊ ਉਹਨੂੰ ਮਿਲਣਾ ਕਿੰਨਾ ਉਹਦਾ ਖਰਚਾ ਹੋਣਾ ਐਕਸਪੈਂਡੀਚਰ ਹੋਣਾ ਉਹਦਾ ਪੂਰਾ ਹਿਸਾਬ ਕਿਤਾਬ ਜੋ ਹੈ ਉਹ ਆਪਣਾ ਬਜਟ ਹੈ ਠੀਕ ਹੈ
ਹੁਣ ਬਜਟ ਦੇ ਅੰਡਰ ਉਹ ਕਾਫੀ ਟਰਮਸ ਯੂਜ਼ ਹੋਈਆਂ ਨੇ ਕਿ ਵੀ ਸਾਡਾ ਐਕਸਪੈਂਡੀਚਰ ਇੰਨਾ ਰਹੇਗਾ, ਸਾਡਾ ਰੈਵਨਿਊ ਰਿਸੀਟ ਇੰਨੀ ਰਹੇਗੀ, ਰੈਵਨਿਊ ਐਕਸਪੈਂਡੀਚਰ ਇੰਨਾ ਰਹੇਗਾ, ਕੈਪੀਟਲ ਐਸੈਟਸ ਇਹ ਨੇ। ਸੋ ਇਹ ਸਭ ਕੁਝ ਉਦੋਂ ਸਮਝ ਆਏਗਾ ਜਦੋਂ ਆਪਾਂ ਨੂੰ ਟਰਮਸ ਬਾਰੇ ਪਤਾ ਹੋਏਗਾ ਕਿ ਇਹਦਾ ਮਤਲਬ ਕੀ ਹੈ, ਠੀਕ ਹੈ। ਸੋ ਬਿਫੋਰ ਗੋਇੰਗ ਡੀਪ ਇਨਟੂ ਦੀ ਡਿਸਕਸ਼ਨ ਔਨ ਪੰਜਾਬ ਬਜਟ, ਪਹਿਲਾਂ ਆਪਾਂ ਇਕਨੋਮਿਕ ਟਰਮਸ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ ਜੀ। ਚਲੋ ਬੜਾ ਸਿੰਪਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਦੇਖੋ ਜਿਵੇਂ ਮੈਂ ਪਹਿਲਾਂ ਗਿਆ, ਇੱਕ ਪਾਸੇ ਸਰਕਾਰ ਦਾ ਕੀ ਹੋਏਗਾ ਇਨਫਲੋ, ਲਾਈਕ ਕਿ ਉਹਨੂੰ ਕਮਾਈ ਕਿੱਥੋਂ ਹੋ ਰਹੀ ਹੈ, ਇੱਕ ਪਾਸੇ ਕੀ ਹੋਏਗਾ ਆਊਟਫਲੋ, ਮਤਲਬ ਸਰਕਾਰ ਖਰਚਾ ਕਿੱਥੇ ਕਰ ਰਹੀ ਹੈ, ਰਾਈਟ। ਸਿੰਪਲ ਆਪਾਂ ਕਰ ਸਕਦੇ ਹਾਂ। ਇਨਫਲੋ ਨੂੰ ਆਪਾਂ ਨਾਰਮਲੀ ਬੋਲਦੇ ਹਾਂ ਰਿਸੀਟ, ਤੇ ਆਊਟਫਲੋ ਨੂੰ ਆਪਾਂ ਕੀ ਬੋਲਦੇ ਹਾਂ ਐਕਸਪੈਂਡੀਚਰ। ਜਦੋਂ ਵੀ ਬਜਟ ਪੇਸ਼ ਹੁੰਦਾ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਨਾਰਮਲੀ ਆਪਾਂ ਡਿਵਾਈਡ ਕਰ ਸਕਦੇ ਹਾਂ ਕਿ ਇੱਕ ਪਾਸੇ ਆਪਣਾ ਖਰਚਾ, ਠੀਕ ਹੈ, ਸਰਕਾਰ ਦਾ ਜੋ ਖਰਚਾ ਹੋਏਗਾ ਉਹ ਐਕਸਪੈਂਡੀਚਰ, ਇੱਕ ਪਾਸੇ ਕੀ ਹੋਏਗਾ ਕਿ ਸਰਕਾਰ ਨੂੰ ਜੋ ਕਮਾਈ ਹੋ ਰਹੀ ਹੈ, ਜੋ ਕਮਾਈ ਹੈ ਇਨਫਲੋ ਹੈ ਸਰਕਾਰ ਦਾ, ਉਹਨਾਂ ਆਪਾਂ ਕੀ ਬੋਲਦੇ ਹਾਂ ਰਿਸੀਟ ਬੋਲਦੇ ਹਾਂ, ਠੀਕ ਹੈ ਜੀ। ਤੇ ਜੋ ਸਰਕਾਰ ਦਾ ਖਰਚਾ ਹੋਏਗਾ ਉਹਨਾਂ ਆਪਾਂ ਕੀ ਬੋਲਦੇ ਹਾਂ ਐਕਸਪੈਂਡੀਚਰ ਬੋਲਦੇ ਹਾਂ। ਸਿੰਪਲ ਸਮਝਾਇਆ। ਅੱਛਾ ਜੀ, ਹੁਣ ਅਗਰ ਆਪਾਂ ਪਹਿਲਾਂ ਇੱਧਰ ਆਓ ਇਨਫਲੋ ਦੀ ਗੱਲ ਕਰਦੇ ਹਾਂ, ਜੋ ਸਰਕਾਰ ਨੂੰ ਪੈਸਾ ਕਮਾਈ ਹੋਣ ਵਾਲੀ ਹੈ, ਅੱਗੇ ਨੂੰ ਡਿਵਾਈਡ ਕਰ ਸਕਦੇ ਹਾਂ ਰੈਵਨਿਊ ਰਿਸੀਟ, ਕੈਪੀਟਲ ਰਿਸੀਟ, ਠੀਕ ਹੈ ਜੀ। ਸੇਮ ਤੁਸੀਂ ਇੱਧਰ ਵੀ ਦੇਖ ਸਕਦੇ ਹੋ। ਅਗਰ ਆਪਾਂ ਖਰਚੇ ਦੀ ਗੱਲ ਕਰੀਏ, ਐਕਸਪੈਂਡੀਚਰ ਦੀ ਗੱਲ ਕਰੀਏ, ਉਹਨੂੰ ਵੀ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ ਰੈਵਨਿਊ ਐਕਸਪੈਂਡੀਚਰ ਤੇ ਤੁਹਾਡਾ ਕੈਪੀਟਲ ਐਕਸਪੈਂਡੀਚਰ। ਹੁਣ ਇਹ ਕੀ ਹੈ, ਦੇਖੋ ਜਿੱਥੇ ਵਰਡ ਤੁਹਾਡੇ ਕੋਲ ਕੈਪੀਟਲ ਆ ਗਿਆ, ਕੈਪੀਟਲ ਮਤਲਬ ਇਟ ਇਜ਼ ਸਮਥਿੰਗ ਰਿਲੇਟਡ ਟੂ ਐਸੈਟਸ। ਸਿੰਪਲ ਸਮਝੋ, ਕੁਝ ਸਰਕਾਰ ਦੇ ਇੱਦਾਂ ਦੇ ਖਰਚੇ ਹੋਣਗੇ ਜਿਹੜੇ ਡੇਲੀ ਬੇਸਿਸ 'ਤੇ ਹੋ ਰਿਹਾ, ਜਿਹਦੇ ਕਰਕੇ ਤੁਹਾਡੀ ਕੋਈ ਐਸੈਟ ਕ੍ਰੀਏਟ ਨਹੀਂ ਹੋ ਰਹੀ, ਨਾ ਤੁਹਾਡੀ ਕੋਈ ਲਾਇਬਿਲਿਟੀ ਵੱਧ ਰਹੀ ਹੈ। ਨੋਰਮਲ ਡੇਲੀ ਲਾਈਫ ਦੇ ਖਰਚੇ, ਤੁਸੀਂ ਸੈਲਰੀਜ਼ ਦੇਣੀਆਂ ਨੇ, ਸਬਸਿਡੀਜ਼ ਦੇਣੀਆਂ ਨੇ, ਠੀਕ ਹੈ, ਨੋਰਮਲ ਡੇਲੀ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਨੇ। ਉਹ ਖਰਚਾ ਜੋ ਰੀਅਕਰਿੰਗ ਹੈ, ਜੋ ਖਰਚਾ ਰੋਜ਼ ਹੋ ਰਿਹਾ ਹੈ, ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਰੈਵਨਿਊ, ਠੀਕ ਹੈ। ਹੁਣ ਇੱਧਰ ਦੇਖੋ, ਇੱਥੇ ਆਪਾਂ ਕੀ ਗੱਲ ਕਰ ਰਹੇ ਹਾਂ ਇਨਫਲੋ, ਸਰਕਾਰ ਨੂੰ ਕਮਾਈ ਹੋਣੀ ਆ, ਕੁਛ ਹੋਣੀ ਆ ਰੈਵਨਿਊ ਰਿਸੀਟ, ਕੁਛ ਹੈਗੀ ਕੈਪੀਟਲ ਰਿਸੀਟ। ਰੈਵਨਿਊ ਰਿਸੀਟ ਕੀ ਜੋ ਰੀਅਕਰਿੰਗ ਹੈ, ਜੈਸੇ ਪੈਸਾ ਕਿਸੇ ਨੂੰ ਲੋਨ ਦਿੱਤਾ ਹੋਇਆ ਸਰਕਾਰ ਨੇ, ਉਹਨੂੰ ਪੈਸਾ ਵਾਪਸ ਆ ਰਿਹਾ, ਠੀਕ ਹੈ। ਉਹ ਇਹ ਟੈਕਸ ਆ ਰਿਹਾ, ਨॉन ਟੈਕਸ ਰੈਵਨਿਊ ਆ ਰਿਹਾ, ਜੋ ਟੈਕਸਿਸ ਆ ਰਹੇ ਨੇ ਉਹ ਸਾਰੇ ਕੀ ਨੇ ਦੁਬਾਰਾ ਆ ਰਹੇ ਨੇ, ਤੇ ਨਾਲ ਕੋਈ ਐਸੈਟ ਕ੍ਰੀਏਟ ਨਹੀਂ ਹੋ ਰਹੀ, ਕੁਝ ਬਿਲਡਿੰਗਸ ਨਹੀਂ ਬਣ ਰਹੀਆਂ, ਨਾਰਮਲ ਪੈਸਾ ਆ ਰਿਹਾ, ਉਹਨੂੰ ਤੁਸੀਂ ਕਿਹਦੇ ਅੰਡਰ ਰੱਖੋਗੇ ਰੈਵਨਿਊ ਰਿਸੀਟ ਦੇ ਅੰਡਰ, ਠੀਕ ਹੈ। ਜਿਵੇਂ ਕਿ ਟੈਕਸ ਰੈਵਨਿਊ ਹੋ ਗਿਆ, ਨॉन ਟੈਕਸ ਰੈਵਨਿਊ ਹੋ ਗਿਆ, ਠੀਕ ਹੈ, ਉਹ ਸਾਰਾ ਆਪਣਾ ਕਿੱਥੇ ਆ ਜਾਏਗਾ, ਆਪਣੇ ਰੈਵਨਿਊ ਸਟੇਟ ਦੇ ਵਿੱਚ ਆ ਜਾਏਗਾ। ਅਗਰ ਆਪਾਂ ਗੱਲ ਕਰੀਏ ਹੁਣ ਕੈਪੀਟਲ ਮਤਲਬ ਜਿੱਥੇ ਕੁਝ ਤੁਹਾਡਾ ਐਸੈਟ, ਠੀਕ ਹੈ, ਤੁਹਾਡੀ ਕੋਈ ਐਸੈਟ ਬਣੀ ਹੈ, ਜਿਵੇਂ ਕਿ ਆਪਾਂ ਜਾਂ ਗਵਾਈ ਹੈ ਤੁਸੀਂ, ਜਿਵੇਂ ਆਪਾਂ ਡਿਸਇਨਵੈਸਟਮੈਂਟ ਦੀ ਗੱਲ ਕਰ ਲੈਂਦੇ ਹਾਂ, ਠੀਕ ਹੈ। ਸਰਕਾਰ ਨੇ ਆਪਣਾ ਕੋਈ PSU ਨੂੰ ਸੈੱਲ ਕਰ ਦਿੱਤਾ, ਡਿਸਇਨਵੈਸਟਮੈਂਟ ਕਰ ਦਿੱਤਾ, ਉਹਨੇ ਸ਼ੇਅਰਸ ਵੇਚ ਦਿੱਤੇ, ਤਾਂ ਉਹ ਇੱਕ ਪ੍ਰੋਪਰ ਕੈਪੀਟਲ ਘਟ ਗਈ ਨਾ, ਲਾਇਬਿਲਿਟੀ ਵੱਧ ਗਈ, ਕੈਪੀਟਲ ਘਟੀ ਆ ਉਹਦੀ, ਰਾਈਟ। ਜਿੱਥੇ ਕੈਪੀਟਲ ਆ ਜਾਵੇ, ਐਸੈਟ ਦੀ ਗੱਲ ਆ ਜਾਵੇ, ਐਸੈਟ ਕ੍ਰੀਏਸ਼ਨ ਹੋ ਰਹੀ ਹੈ ਜਾਂ ਤੁਹਾਡੇ ਤੇ ਲਾਇਬਿਲਿਟੀ ਵੱਧ ਰਹੀ ਹੈ, ਉਹ ਤੁਹਾਡੇ ਕੈਪੀਟਲ ਰਿਸੀਟ ਦੇ ਅੰਡਰ ਆ ਜਾਣਗੇ, ਰਾਈਟ। ਇੱਥੇ ਤੁਸੀਂ ਲੋਨਸ ਦੀ ਗੱਲ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਵਾਪਸ ਰੀਪੇ ਕਰਨਾ ਪਏਗਾ ਨਾ, ਠੀਕ ਹੈ। ਤੁਸੀਂ ਲੋਨ ਦਿੱਤਾ ਹੈ, ਉਹ ਇੱਕ ਪ੍ਰੋਪਰ ਉਹਦੀ ਵੈਲਿਊ ਹੋਏਗੀ। ਹੋਰ ਇੱਥੇ ਕੀ ਗੱਲ ਕਰ ਸਕਦੇ ਹੋ, ਤੁਸੀਂ ਡਿਸਇਨਵੈਸਟਮੈਂਟ ਦੀ ਗੱਲ ਕਰ ਸਕਦੇ ਹੋ। ਇਹ ਆਪਾਂ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ। ਅਗਰ ਆਪਾਂ ਐਕਸਪੈਂਡੀਚਰ ਦੀ ਗੱਲ ਕਰੀਏ, ਹੁਣ ਖਰਚਾ ਜਿਹੜਾ ਡੇਲੀ ਹੋ ਰਿਹਾ, ਡੇ ਟੂ ਡੇ ਐਕਸਪੈਂਸਿਸ ਨੇ ਸਰਕਾਰ ਦੇ, ਠੀਕ ਹੈ, ਸੈਲਰੀਜ਼ ਜਿਵੇਂ ਆਪਾਂ ਗੱਲ ਕੀਤੀ, ਸਬਸਿਡੀਜ਼ ਨੇ, ਠੀਕ ਹੈ, ਜੋ ਰੋਜ਼ਮर्रा ਦੇ ਖਰਚੇ ਨੇ ਉਹ ਕਿੱਥੇ ਆ ਜਾਂਦੇ ਨੇ ਰੈਵਨਿਊ ਐਕਸਪੈਂਡੀਚਰ ਦੇ ਅੰਡਰ। ਕੈਪੀਟਲ ਐਕਸਪੈਂਡੀਚਰ ਮੀਨਸ ਇੱਦਾਂ ਦਾ ਖਰਚਾ ਜਿਹਦੇ ਨਾਲ ਕੋਈ ਐਸੈਟ ਕ੍ਰੀਏਟ ਹੋਈ ਹੈ, ਜਿਵੇਂ ਕੋਈ ਹਸਪੀਟਲ ਬਣਿਆ, ਕੋਈ ਬਿਲਡਿੰਗ ਬਣੀ ਹੈ, ਕੋਈ ਹਾਈਵੇ ਬਣਿਆ, ਰਾਈਟ, ਜਿੱਥੇ ਕੋਈ ਇਨਫਰਾਸਟਰਕਚਰ ਕ੍ਰੀਏਟ ਕਰ ਪਾਏ ਹੋ, ਉਹ ਤੁਸੀਂ ਕਿੱਥੇ ਲਓਗੇ ਕੈਪੀਟਲ ਐਕਸਪੈਂਡੀਚਰ ਦੇ ਥੱਲੇ ਲਓਗੇ, ਠੀਕ ਹੈ ਜੀ। ਸੋ ਦਾ ਪੁਆਇੰਟ ਇਜ਼ ਜਦੋਂ ਵੀ ਸਰਕਾਰ ਬਜਟ ਪੇਸ਼ ਕਰਦੀ ਹੈ ਤਾਂ ਆਪਣੇ ਖਰਚੇ ਜਾਂ ਕਮਾਈਆਂ ਨੂੰ ਇੱਦਾਂ ਵੰਡ ਕੇ ਆਪਾਂ ਨੂੰ ਦੱਸ ਦਈਏ ਕਿ ਬਈ ਇੱਕ ਪਾਸੇ ਕੀ ਦੱਸ ਦਈਏ ਕਿ ਸਾਡਾ ਖਰਚਾ ਹੋਏਗਾ ਜਿਹੜਾ ਐਕਸਪੈਂਡੀਚਰ ਬੋਲ ਦਿੱਤਾ, ਇੱਕ ਪਾਸੇ ਜਾਂਦਾ ਕਿ ਇੰਨਾ ਅਸੀਂ ਕਮਾਈ ਕਰਾਂਗੇ, ਦੈਟ ਇਜ਼ ਯੋਰ ਰਿਸੀਟ, ਠੀਕ ਹੈ। ਉਹਨੂੰ ਅੱਗੇ ਆਪਾਂ ਫਰਦਰ ਡਿਵਾਈਡ ਕਰ ਲੈਂਦੇ ਹਾਂ ਕਿ ਕੁਛ ਨੇ ਰੀਅਕਰਿੰਗ ਖਰਚੇ ਜਾਂ ਰੀਅਕਰਿੰਗ ਕਮਾਈ ਹੈ, ਦੁਬਾਰਾ ਹੋਣੀ ਹੈ, ਡੇਲੀ ਬੇਸਿਸ 'ਤੇ ਹੋਣੀ ਹੈ, ਉਹਦਾ ਕੁਛ ਐਸੈਟ ਦਾ ਲੈਣਾ ਦੇਣਾ ਨਹੀਂ ਹੈਗਾ, ਉਹਨੂੰ ਆਪਾਂ ਰੈਵਨਿਊ ਦੇ ਅੰਡਰ ਰੱਖ ਲੈਂਦੇ ਹਾਂ। ਜਿੱਥੇ ਕੁਛ ਕੈਪੀਟਲ ਕ੍ਰੀਏਟ ਹੋ ਰਹੀ ਹੈ, ਕੋਈ ਬਿਲਡਿੰਗ ਕ੍ਰੀਏਟ ਹੋ ਰਹੀ ਹੈ, ਕੋਈ ਇਨਫਰਾਸਟਰਕਚਰ ਕ੍ਰੀਏਟ ਹੋ ਰਿਹਾ, ਜਾਂ ਤੁਹਾਡੀ ਐਸੈਟ ਵੱਧ ਰਹੀ ਹੈ, ਲਾਇਬਿਲਿਟੀ ਘਟ ਰਹੀ ਹੈ, ਕੁਛ ਵੀ ਹੋ ਸਕਦਾ ਵਿਚ ਇਜ਼ ਸਮਥਿੰਗ ਰਿਲੇਟਡ ਟੂ ਕੈਪੀਟਲ, ਉਹਨੂੰ ਤੁਸੀਂ ਕੈਪੀਟਲ ਦੇ ਅੰਡਰ ਰੱਖ ਰਹੇ ਹੋ, ਠੀਕ ਹੈ। ਜਿਵੇਂ ਕਿ ਰੈਵਨਿਊ ਰਿਸੀਟ ਦੇ ਵਿੱਚ ਟੈਕਸ, ਨॉन ਟੈਕਸ ਰੈਵਨਿਊ ਜੋ ਡੇਲੀ ਤੁਹਾਨੂੰ ਕਮਾਈ ਹੋ ਰਹੀ ਹੈ, ਕੈਪੀਟਲ ਰਿਸੀਟ ਮਤਲਬ
ਡੇਲੀ ਨਹੀਂ ਹੋ ਰਹੀ, ਇੱਕ ਵਾਰ ਹੋ ਰਹੀ ਹੈ, ਤੇ ਤੁਹਾਡਾ ਐਟ ਦੀ ਐਂਡ ਜਾ ਕੇ ਤੁਹਾਡੀ ਲਾਇਬਿਲਿਟੀ ਇਸ 'ਚ ਫਰਕ ਪਿਆ, ਰਾਈਟ। ਤੁਸੀਂ ਕੁਝ ਵੇਚਿਆ, ਉਹ ਪੈਸਾ ਇੱਕ ਵਾਰੀ ਆਏਗਾ ਨਾ, ਡੇਲੀ ਨਹੀਂ ਆ ਰਿਹਾ, ਰਾਈਟ। ਅਗਰ ਆਪਾਂ ਗੱਲ ਕਰੀਏ ਬਈ ਐਕਸਪੈਂਡੀਚਰ ਦੀ, ਐਕਸਪੈਂਡੀਚਰ ਅੰਦਰ ਕੀ ਹੈ ਕਿ ਅਗੇਨ ਰੈਵਨਿਊ ਐਕਸਪੈਂਡੀਚਰ ਜੋ ਖਰਚੇ ਰੋਜ਼ਮਰਾ ਦੇ ਨੇ, ਡੇ ਟੂ ਡੇ ਐਕਸਪੈਂਸਿਸ, ਉਹ ਇੱਥੇ ਆ ਜਾਣਗੇ। ਅਗਰ ਖਰਚਾ ਇੱਕ ਵਾਰ ਹੀ ਹੋਇਆ ਬਟ ਕੁਝ ਕ੍ਰੀਏਟ ਕਰਨ ਲਈ, ਕੁਝ ਐਸਟ ਕੈਪੀਟਲ ਕ੍ਰੀਏਟ ਕਰਨ ਲਈ ਹੋਇਆ, ਉਹਨੂੰ ਆਪਾਂ ਬੋਲ ਦਿੰਦੇ ਹਾਂ ਕੈਪੀਟਲ ਐਕਸਪੈਂਡੀਚਰ ਦੇ ਅੰਡਰ, ਠੀਕ ਹੈ ਜੀ। ਹੋਪ ਇਹ ਬੇਸਿਕ ਜੇ ਗੱਲਾਂ ਆਪਾਂ ਨੂੰ ਸਮਝ ਆਈਆਂ ਹੋਣਗੀਆਂ, ਐਂਡ ਇਹਦੇ ਤੋਂ ਬਾਅਦ ਹੀ ਆਪਾਂ ਅੱਗੇ ਫਰਦਰ ਪ੍ਰੋਸੀਡ ਕਰ ਪਾਵਾਂਗੇ। ਹੋਪ एवरीवन इज ओके विद दैट, ठीक है जी। ये बहुत इंपॉर्टेंट है, अगे आप समझ पावांगे। हुण सिंपल जा हिसाब आप जो मैं घरे भी नॉर्मल गल करते हैं कि भी अपना जी कमाई है वो ज़्यादा होनी चाहिए, खर्चे घट होने चाहिए ने। बट अगर चलो अगर प्लस पॉइंट लगा के चलो कि अपने खर्चे घट ने, कमाई वध है, इट मीनस आप सरप्लस दे विच आ, अपने कोले पैसा वाधू बचिया होया। बट यूजली जनरली सरकारां दे काम इदां नहीं हुंदे, ठीक है। तो सरकार का हमेशा जो खर्च है वो ज़्यादा हुंदा है उसकी कमाई नालों, राइट। मतलब अगर मेरे रिसीट्स घट है, एक्सपेंडिचर ज़्यादा है, तो मैं डेफिसिट दे विच होंगी एज अ गवर्नमेंट, ठीक है। एंड यही होंदा कि जो गवर्नमेंट बोलदी है ना कि फिजिकल डेफिसिट इन्ना है, रेवेन्यू डेफिसिट इन्ना है, उसका मतलब ये है कि भाई पर्टिकुलरली अपनी जी कमाई है वो घट है, तो जो अपना खर्चा एक्सपेंडिचर है वो ज़्यादा है, राइट। अगर इत्थे आपां सिर्फ रेवेन्यू की गल करिए, रेवेन्यू रिसीट मतलब जो थोड़ी रोज़मर्रा कमाई हो रही है, रेवेन्यू एक्सपेंडिचर जो डेली बेसिस से थोड़े खर्चे हो रहे हैं। अगर इन्हां दोहां दा डिफरेंस मैं लवां, मतलब अगर मेरा जी कमाई है वो घट है बट मेरा डेली मर्रा एक्सपेंडिचर ज़्यादा है, तो आप उन्होंने की टर्म यूज़ करते हैं, रेवेन्यू डेफिसिट। की बोल रही हूँ, रेवेन्यू डेफिसिट। हुण समझ आ चुका होएगा, रेवेन्यू डेफिसिट मतलब रेवेन्यू एक्सपेंडिचर माइनस रेवेन्यू रिसीट, ठीक है। जो थोड़े रोज़मर्रा के खर्चे थोड़ी रोज़मर्रा की कमाई नालों बहुत ज़्यादा होणगे तो तुसीं डेफिसिट दे विच होवोगे, तो उन्हां की बोलांगे रेवेन्यू डेफिसिट, ठीक है जी। ये टर्म्स आपने ध्यान च रखनिया ने, राइट। सो आप एक बार इन चीज़ों को देखते हैं। कुछ टर्म्स ने जिद्दां एक टर्म है फिजिकल डेफिसिट की है, राइट। तो हुण जो समझा, एक चीज़ होर इत्थे चेक करो, देखो आपने ये डिस्कस किया है कि भाई अगर मैं सब मिला के इकट्ठा गल करा तो मैं टोटल कमाई इन्नी है, ठीक है। इकट्ठा मिला के मैं टोटल खर्चा इन्ना, जो टोटल कमाई तो टोटल खर्चे में आप माइनस कर दें तो उन्होंने आप की बोलते हैं, दैट इज़ योर फिजिकल डेफिसिट, ठीक है। टोटल एक्सपेंडिचर माइनस टोटल रिसीट, ठीक है। थोड़ी टोटल कमाई दे विचों अगर तुसी टोटल जिहड़ा तुहाडा टोटल खर्चे दे विचों टोटल कमाई नूं माइनस कर दिओ तो पिछे जो बचदा है दैट इज फिजिकल डेफिसिट। बट इहदे विचों जिहड़े बोरोइंग्स ने ना, जो थोड़े लोन वगैरह ले होंगे ने, उन्होंने आप माइनस कर दें। एक बहुत इंपॉर्टेंट पॉइंट है जो ध्यान च रखना, फिजिकल डेफिसिट की जी डेफिनेशन है वो ये है कि तुहाडा टोटल कमाई टोटल खर्चा जितना भी है दोनों माइनस कर दो, राइट। वो हो गया। एंड उहदे विचों भी जिहड़े थोड़े बोरोइंग्स ने, जिहड़े थोड़े लोन वगैरह ले हुए हैं, उन्होंने भी माइनस कर दो, जो पिछे अमाउंट बचती है दैट इज़ फिजिकल डेफिसिट, राइट। ये भी प्रॉपर थोड़े रूल्स एंड रेगूलेशनस ने, जिवें तुसीं FRBM एक्ट बारे सुनिया होएगा कि भाई 3% ऑफ GDP तो वध नहीं थोड़ा फिजिकल डेफिसिट होना चाहिए। फिजिकल डेफिसिट हैगा, इसदा मतलब की है कि भाई सरकार आप लाइक वो डेली मरा के खर्चे ही नहीं पूरे हो रहे, है ना। दूसरी गल, अगर मैं जो बोरोइंग्स माइनस करना मतलब ही की है कि मैं देखना चाहती हूँ कि एक्चुअल जो कमाई हो रही है कि वो सिर्फ लोन भरन दे विच नहीं जा रही, ਇਹਦਾ पॉइंट बनता है। बट आपने डेफिनेशन ध्यान रखनी है, फिजिकल डेफिसिट मीनस टोटल एक्सपेंडिचर माइनस टोटल रिसीट, बट यू हैव टू एक्सक्लूड दी बोरोइंग्स। जो तुसी लोन वगैरह लिया हुआ उन्होंने कढ़ के जो पिछे बचया टोटल खर्चे चो टोटल कमाई माइनस कर दो, वो तुहाडे कोल आ गया फिजिकल डेफिसिट। एक फिजिकल डेफिसिट इंपॉर्टेंट है, एक होंदा अपने कोल रेवेन्यू डेफिसिट। रेवेन्यू डेफिसिट तुसी हुणे पढ़ के आए हो, सो इत्थे सिर्फ और सिर्फ की कंसीडर कर रहे हो जो रोज़मर्रा के खर्चे ने, ठीक है। अगर मैं रेवेन्यू एक्सपेंडिचर दे विचों रेवेन्यू रिसीट माइनस कर दा तो मेरे पीछे की बचा, दैट विल बी रेवेन्यू डेफिसिट, ठीक है जी। इंपॉर्टेंट टर्म्स ने भी अपने पूछिया जा सकदियां ने, ठीक है। एक होर टर्म बजट यूज हुई है दैट इज अफेक्टिव रेवेन्यू डेफिसिट, अफेक्टिव रेवेन्यू डेफिसिट। हुणे तुसीं रेवेन्यू डेफिसिट की पढ़िया, तुहाडा रोज़मर्रा दा जिहड़ा खर्चा आ वो रोज़मर्रा दी कमाई नूं माइनस कर दो, वो तुहाडा आ गया रेवेन्यू डेफिसिट। एक हुंदा अफेक्टिव रेवेन्यू डेफिसिट, ਉਹ 'ਚ ਕੀ ਕਰਦੇ ਨੇ कि जो थोड़ा रेवेन्यू डेफिसिट है तुसीं कैलकुलेट किया, रेवेन्यू डेफिसिट दे विचों माइनस कर दो अमाउंट यूज्ड फॉर कैपिटल क्रिएशन। इन्हें थोड़ा आप समझने की कोशिश करते हैं। रेवेन्यू डेफिसिट है कि मेरे डेली के खर्चे
ਤੇ ਮੇਰੀ ਡੇਲੀ ਕਮਾਈ ਮਾਈਨਸ ਕਰਕੇ ਜੋ ਆਇਆ ਰੈਵਨਿਊ ਡੈਫਿਸਿਟ ਆ। ਬਟ ਡੇਲੀ ਬੇਸਿਸ ਤੇ ਮੈਂ ਕਿੱਦਾਂ ਸਰਕਾਰ ਕੰਮ ਕਰ ਰਹੀ ਆ, ਕਿੰਨਾ ਕੁ ਐਫੀਸ਼ੀਐਂਟਲੀ ਕੰਮ ਕਰ ਰਹੀ ਆ, ਦੈਟ ਇਜ਼ ਰੈਵਨਿਊ ਡੈਫਿਸਿਟ। ਹੁਣ ਜਿਹੜਾ ਆਪਾਂ ਰੋਜ਼ਮਰਾ ਖਰਚਾ ਕਰ ਰਹੇ ਹਾਂ, ਇਹ ਹੋ ਸਕਦਾ ਨਾ ਕਿ ਉਹ ਖਰਚਾ ਚੰਗੇ ਕੰਮ ਲਈ ਹੋ ਰਿਹਾ ਹੋਵੇ। ਜਿਵੇਂ ਜੋ ਰੋਜ਼ ਖਰਚਾ ਹੋ ਰਿਹਾ ਹੈ ਉਹ ਇੱਕ ਬਿਲਡਿੰਗ ਬਣਨ ਦੇ ਲਈ ਲੱਗ ਰਿਹਾ, ਜੋ ਰੋਜ਼ਮਰਾ ਦਾ ਖਰਚਾ ਹੈ ਉਹ ਇੱਕ ਬਿਲਡਿੰਗ, ਇੱਕ ਹਸਪੀਟਲ ਬਣਨ ਲਈ ਲੱਗ ਰਿਹਾ। ਤੁਹਾਨੂੰ ਆਪਾਂ ਨੈਗੇਟਿਵ ਨਹੀਂ ਲਵਾਂਗੇ ਨਾ, ਚਾਹੇ ਡੇਲੀ ਮਰਾ ਦਾ ਖਰਚਾ ਹੈ ਬਟ ਉਹ ਕੋਈ ਐਸੈਟ ਕ੍ਰੀਏਟ ਕਰ ਰਿਹਾ। ਅਤੇ ਜਿਹੜਾ ਤੁਸੀਂ ਰੈਵਨਿਊ ਡੈਫਿਸਿਟ ਆਇਆ, ਲਾਈਕ ਜੋ ਥੋੜ੍ਹਾ ਨੁਕਸਾਨ ਹੋਇਆ ਕਿ ਵੀ ਇੰਨਾ ਆਪਾਂ ਵੱਧ ਖਰਚ ਗਏ, ਉਹ ਖਰਚੇ ਦੇ ਵਿੱਚੋਂ ਉਹ ਵਾਲਾ ਖਰਚਾ ਮਾਈਨਸ ਕਰ ਦਿਓ ਜੋ ਕਿਸੇ ਐਸੈਟ ਨੂੰ ਕ੍ਰੀਏਟ ਕਰਨ ਵਾਸਤੇ ਹੋਇਆ ਸੀ, ਜੋ ਨੁਕਸਾਨਦਾਇਕ ਨਹੀਂ ਆ, ਠੀਕ ਹੈ, ਜੋ ਇੱਕ ਵਾਰੀ ਤੁਸੀਂ ਖਰਚਾ ਕਰ ਦਿੱਤਾ। ਤਾਂ ਜੋ ਰੈਵਨਿਊ ਡੈਫਿਸਿਟ ਹੈ, ਅਗਰ ਉਹਦੇ ਵਿੱਚ ਆਪਾਂ ਉਹ ਅਮਾਊਂਟ ਮਾਈਨਸ ਕਰ ਦਈਏ ਦੈਟ ਇਜ਼ ਯੂਜ਼ਡ ਫॉर ਐਸੈਟ ਕ੍ਰੀਏਸ਼ਨ, ਪਿੱਛੇ ਜੋ ਬਚਿਆ ਉਹਦਾ ਆਪਾਂ ਕੀ ਬੋਲਦੇ ਹਾਂ, ਇਫੈਕਟਿਵ ਰੈਵਨਿਊ ਡੈਫਿਸਿਟ। ਠੀਕ ਹੈ ਜੀ। ਸੋ ਇਹ ਟਰਮਸ ਨੇ, ਅਗੇਨ ਜਿਨ੍ਹਾਂ ਨੇ ਪਹਿਲੀ ਵਾਰ ਸੁਣੀਆਂ ਹੋਣੀਆਂ ਉਹਨਾਂ ਥੋੜ੍ਹੀਆਂ ਟਿਪੀਕਲ ਲੱਗਣਗੀਆਂ, ਬਟ ਆਪਾਂ ਨੇ ਇਹ ਚੀਜ਼ਾਂ ਸਮਝਣੀਆਂ ਨੇ, ਉਹ ਤੋਂ ਬਾਅਦ ਹੀ ਆਪਾਂ ਅੱਗੇ ਪ੍ਰੋਸੀਡ ਕਰ ਪਾਵਾਂਗੇ। ਠੀਕ ਹੈ, ਆਪਾਂ ਇਹ ਸਿੰਪਲੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਬਜਟ ਕੀ ਹੈ, ਬਜਟ ਨੂੰ ਡਿਵਾਈਡ ਕਰਿਆ ਕਿ ਕਮਾਈ ਕੀ ਹੋਣੀ ਹੈ, ਰਸੀਦ ਕਹਿ ਦਿੱਤਾ, ਖਰਚਾ ਕੀ ਹੋਣਾ, ਐਕਸਪੈਂਡੀਚਰ ਕਹਿ ਦਿੱਤਾ, ਕਮਾਈ ਨੂੰ ਵੀ ਦੋ ਹਿੱਸਿਆਂ 'ਚ ਵੰਡ ਲਿਆ। ਜਿਹੜੀ ਰੋਜ਼ ਹੋ ਰਹੀ ਹੈ ਉਹਨੂੰ ਬੋਲ ਦਿੱਤਾ ਰੈਵਨਿਊ ਰਸੀਟ, ਜਿਹੜੀ ਇੱਕ ਵਾਰੀ ਹੋਏਗੀ ਤਾਂ ਕੋਈ ਐਸੈਟ ਨਾਲ ਰਿਲੇਟ ਕਰੇਗੀ ਉਹਨੂੰ ਕੀ ਬੋਲਦਾ, ਕੈਪੀਟਲ ਰਸੀਟ। ਖਰਚੇ ਵਿੱਚ ਵੀ ਤੁਸੀਂ ਖਰਚੇ ਦੋ ਤਰੀਕੇ ਨਾਲ ਵੰਡ ਲਏ, ਇੱਕ ਜਿਹੜਾ ਰੋਜ਼ ਹੋ ਰਿਹਾ ਹੈ ਡੇ ਟੂ ਡੇ ਐਕਸਪੈਂਸਿਸ ਨੇ, ਤੁਸੀਂ ਕੀ ਬੋਲ ਦਿੱਤਾ ਉਹਨੂੰ ਰੈਵਨਿਊ ਐਕਸਪੈਂਡੀਚਰ। ਜਿਹੜਾ ਇੱਕ ਵਾਰ ਹੋ ਰਿਹਾ, ਕੁਝ ਕ੍ਰੀਏਟ ਕਰ ਰਿਹਾ, ਕੁਝ ਇਨਫਰਾਸਟਰਕਚਰ ਜਾਂ ਲਾਇਬਿਲਿਟੀ, ਕੁਛ ਵੀ ਹੋ ਸਕਦਾ ਹੈ, ਰਾਈਟ। ਤੁਸੀਂ ਬਿਲਡਿੰਗਸ ਬਣਾ ਰਹੇ ਹੋ, ਠੀਕ ਹੈ, ਤੁਸੀਂ ਹਸਪੀਟਲ ਬਣ ਰਹੇ ਨੇ, ਹਾਈਵੇਜ਼ ਬਣ ਰਹੇ ਨੇ, ਉਹ ਕੀ ਹੋ ਜਾਏਗਾ ਤੁਹਾਡਾ, ਕੀ ਹੋ ਜਾਏਗਾ, ਕੈਪੀਟਲ ਐਕਸਪੈਂਡੀਚਰ। ਫਿਰ ਆਪਾਂ ਸਮਝਿਆ ਕਿ ਵੀ ਆਪਾਂ ਚਾਹੁੰਦੇ ਕੀ ਆ ਕਿ ਆਪਣਾ ਜਿਹੜਾ ਖਰਚਾ ਹੈ ਉਹ ਘੱਟ ਹੋਵੇ ਤੇ ਕਮਾਈ ਵੱਧ ਹੋਵੇ, ਤਾਂ ਕੀ ਹੋਏਗਾ, ਸਰਪਲਸ ਹੋਣਗੇ। ਪਰ ਜਨਰਲੀ ਸਰਕਾਰਾਂ ਇੱਦਾਂ ਨਹੀਂ ਹੁੰਦੀਆਂ, ਠੀਕ ਹੈ ਜੀ। ਜ਼ਿਆਦਾਤਰ ਆਪਾਂ ਕੀ ਹੁੰਦਾ ਕਿ ਆਪਣੇ ਖਰਚੇ ਬਹੁਤ ਜ਼ਿਆਦਾ ਹੁੰਦੇ ਆ, ਕਮਾਈ ਬਹੁਤ ਘੱਟ ਹੁੰਦੀ ਆ। ਰੋਜ਼ਮਰਾ ਦੇ ਖਰਚੇ ਬਹੁਤ ਜ਼ਿਆਦਾ ਨੇ, ਕਮਾਈ ਬਹੁਤ ਘੱਟ ਹੈ, ਉਹਨੂੰ ਕੀ ਬੋਲ ਦਿੱਤਾ, ਰੈਵਨਿਊ ਡੈਫਿਸਿਟ। ਠੀਕ ਹੈ, ਅਗਰ ਟੋਟਲ ਖਰਚਿਆਂ ਦੇ ਵਿੱਚੋਂ ਟੋਟਲ ਕਮਾਈ ਮਾਈਨਸ ਕਰ ਦਈਏ ਤਾਂ ਕੀ ਬਚਿਆ ਤੁਹਾਡਾ, ਫਿਜ਼ੀਕਲ ਡੈਫਿਸਿਟ। ਇਹ ਟਰਮਸ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਹੋਪ ਇਹ ਤੁਹਾਨੂੰ ਕਲੀਅਰ ਹੋਏਗਾ। ਲੈਟਸ ਟਾਕ ਅਬਾਊਟ ਦੀ ਬਜਟ। ਸੋ ਬਜਟ ਜੋ ਹੈ ਆਪਣਾ, ਉਹਦਾ ਜੋ ਥੀਮ ਹੈ ਦੈਟ ਇਜ਼ ਬਦਲਦਾ ਪੰਜਾਬ। ਵੀ ਵਾਂਟ ਟੂ ਚੇਂਜ, ਵੀ ਵਾਂਟ ਟੂ ਮੂਵ ਟੂ ਅ ਰੰਗਲਾ ਪੰਜਾਬ, ਠੀਕ ਹੈ, ਵਿਚ ਇਜ਼ ਓਪਨ ਟੂ ਆਲ, ਵਿਚ ਇਜ਼ ਹੈਵਿੰਗ ਓਪਰਚੁਨਿਟੀਜ਼ ਟੂ ਆਲ, ਰਾਈਟ। ਅੱਛਾ ਜੀ, ਸੋ ਬਜਟ ਸ਼ੁਰੂ ਹੁੰਦਾ ਵਿਦ ਦ ਬੇਸਿਕ ਟਰਮਸ। ਤੇ ਬਜਟ ਦੀ ਸਟਾਰਟਿੰਗ ਕਿੱਦਾਂ ਹੁੰਦੀ ਹੈ, ਦੇ ਆਰ ਸੇਇੰਗ that Punjab economy is witnessing a robust growth with the rise of 9% in your gross state GDP, ठीक है, जो gross state domestic product, ठीक है। ਇਹ ਆਪਾਂ ਨੂੰ ਪਤਾ ਹੀ, ਟਰਮ ਪਤਾ ਹੋਏਗੀ ਨਾ, GDP gross domestic product ਕੀ ਹੁੰਦੀ ਆ, ਮਾਰਕੀਟ ਵੈਲਿਊ ਫॉर all the goods and services produced in a country within a year, that is GDP। ਉਹ ਆਪਾਂ ਸੈਂਟਰ ਲੈਵਲ 'ਤੇ ਲੈਂਦੇ ਹਾਂ। ਸਟੇਟਸ ਵੀ ਆਪਣੀ ਆਪਣੀ ਇੱਕ ਸਾਲ ਦੇ ਵਿੱਚ ਕਿੰਨੀ ਉਹਨਾਂ ਦੀ ਵੈਲਿਊ ਬਣਦੀ ਆ, ਜੋ ਵੀ ਪ੍ਰੋਡਿਊਸ ਹੋਇਆ, ਜੋ ਵੀ ਇਕੋਨਮਿਕ ਐਕਟੀਵਿਟੀ ਹੋਈ ਹੈ ਇੱਕ ਸਾਲ ਦੇ ਅੰਦਰ ਉਸ ਸਟੇਟ ਦੇ ਅੰਦਰ, ਉਹ ਆਪਾਂ ਕੈਲਕੂਲੇਟ ਕਰਦੇ ਹਾਂ ਇਨ ਦ ਫਾਰਮ ਆਫ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਠੀਕ ਹੈ। ਸੋ ਗੁੱਡ ਪੁਆਇੰਟ ਇਹ ਹੈ ਕਿ ਬਈ ਜਿਹੜਾ ਆਪਣਾ GDP ਹੈ, ਮਤਲਬ ਗ੍ਰੋਸ ਸਟੇਟ GDP ਹੈ, ਦੈਟ ਹੈਜ਼ ਰਾਈਜ਼ਨ ਟੂ 9%, ठीक है जी, एंड विच इज़ रीचिंग टू 8.09 लाख करोड़। तो अपना जो GDP है स्टेट की, जो GDP है वो राइज करी है, विच इज़ अ गुड पॉइंट। एंड इस फाइनैंशियल ईयर दे विच 25-26 ਦੇ ਵਿੱਚ ਐਕਸਪੈਕਟਡ ਹੈ ਕਿ 10% ਤੱਕ ਰਾਈਜ਼ ਕਰੇਗੀ। ਸੋ ਅਕੋਰਡਿੰਗ ਟੂ ਗਵਰਨਮੈਂਟ ਇਟ ਇਜ਼ ਅ ਗੁੱਡ ਥਿੰਗ ਕਿ ਜੋ ਸਟੇਟ ਦੀ ਆਪਣੀ GDP ਹੈ, ਠੀਕ ਹੈ, ਸਟੇਟ ਦੀ ਜੋ ਕਮਾਈ ਹੈ, ਮਾਰਕੀਟ ਵੈਲਿਊ ਹੈ ਚੀਜ਼ਾਂ ਦੀ, ਉਹ ਵਧੀ ਹੈ, 9% ਰਾਈਜ਼ ਕਰੀ ਹੈ। ਐਂਡ ਉਮੀਦ ਹੈ ਕਿ ਇਸ ਆਉਣ ਵਾਲੇ ਸਾਲ ਦੇ ਵਿੱਚ 10% ਤੱਕ ਰਾਈਜ਼ ਕਰੇਗੀ, ਠੀਕ ਹੈ। ਐਂਡ ਯੈਸ, ਐਂਡ ਦੂਸਰੀ ਗੱਲ ਉਹ ਸਟੇਟ ਰੈਵਨਿਊ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਸਰਕਾਰ ਦਾ ਖੁਦ ਦਾ ਸਟੇਟ ਰੈਵਨਿਊ ਹੈ ਉਹ 14% ਤੱਕ ਰਾਈਜ਼ ਕਰਿਆ ਹੈ, ਡਬਲ ਡਿਜਿਟ। ਜੋ ਸਰਕਾਰ ਦਾ ਖੁਦ ਦਾ ਟੈਕਸ ਰੈਵਨਿਊ ਹੈ ਉਹ ਇਨਕਰੀਜ਼ ਕਰਿਆ ਹੈ, ਇਹ ਬਜਟ ਦੇ ਵਿੱਚ ਸਟਾਰਟਿੰਗ ਦੀ ਗੱਲ ਕਰੀ ਗਈ ਹੈ। ਸੇਮ ਚੀਜ਼ ਇੱਕ ਵਾਰੀ ਆਪਾਂ ਗੋ ਥਰੂ ਹੋ ਜਾਂਦੇ ਹਾਂ, ਬਸ ਅੱਜ ਆਪਾਂ ਸਿਰਫ ਵੈਲਿਊਜ਼ ਦੀ ਗੱਲ ਕਰ ਰਹੇ ਹਾਂ। ਐਂਡ ਕੱਲ੍ਹ ਤੋਂ ਆਪਾਂ ਜਿਹੜੇ ਇਨੀਸ਼ੀਏਟਿਵਸ ਨੇ ਉਹਨਾਂ ਦੀ ਗੱਲ ਕਰਾਂਗੇ, ਠੀਕ ਹੈ ਜੀ। ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਬਈ ਜੋ ਸਟੇਟ ਦਾ gross state domestic product of Punjab for 2025-26 is projected to be at 8.9 lakh crore, amounting to the growth of 10%। तो अपन उम्मीद है कि इस साल आप 10% की जी ग्रोथ रेट है वो शो करूँगा एज अ स्टेट, ठीक है जी। ਖਰਚਾ ਆਪਾਂ ਟੋਟਲ ਐਕਸਪੈਂਡੀਚਰ, ਜਿਵੇਂ ਆਪਾਂ ਗੱਲ ਕਰੀਏ ਨਾ ਸਟਾਰਟ ਦੇ ਵਿੱਚ ਕਿ ਸਰਕਾਰ ਪਹਿਲਾਂ ਕੀ ਦੱਸਦੀ ਹੈ ਕਿ ਮੇਰਾ ਖਰਚਾ ਕੀ ਹੋਏਗਾ, ਫਿਰ ਦੱਸਦੀ ਹੈ ਮੇਰੀ ਕਮਾਈ ਕੀ ਹੋਏਗੀ। ਤੇ ਸਰਕਾਰ ਦੇ ਅਕੋਰਡਿੰਗ ਇਸ ਸਾਲ ਜੋ ਆਪਣਾ ਖਰਚਾ ਰਹਿਣ ਵਾਲਾ ਹੈ, ਐਕਸਪੈਂਡੀਚਰ ਹੈ, ਦੈਟ ਇਜ਼ 1.46 ਲੱਖ ਕਰੋੜ,
ठीक है जी, एंड विच इज़ इंक्रीज ऑफ 4% फ्रॉम द प्रीवियस ईयर, 4% खर्चा ਵੱਧ ਕਰੂਗੀ इस बार सरकार, ठीक है जी। रिसीट जी कमाई है वो अपन कितनी होने वाली है 1.12 लाख करोड़, तो ये अपनी कमाई है, ठीक है। तो देख सकते हो कमाई घट होंगी है खर्चे नालों। चलो ये सरकार ने दसिया ऑल द वैल्यूज़ अपने एग्जाम लिए इंपॉर्टेंट नहीं हैगियां कि बई कितना राइज कितना घट, बट जो आप जो एक अगर पैटर्न देखिए बाकी स्टेट्स नाल कंपेयर करके, सो ट्रेंड बात क्वेश्चन बन सकता है कि कितना राइज होया कितना डिक्रीज होया ना, इधर क्वेश्चन बन सकता है। पर्टिकुलर वैल्यूज़ याद रखने की अपन लोड़ नहीं हैगी। अच्छा जी हुण रेवेन्यू डेफिसिट तुसीं समझ चुके हो बई, रेवेन्यू डेफिसिट है ना, डेली मरा दे जिहड़े खर्चे आ उत्थों डेली जिहड़ी कमाई उन्होंने माइनस कर दो, की बच गया रेवेन्यू डेफिसिट। वो सरकार कह रही है इज एस्टिमेटेड टू 2.7% ऑफ द ग्रॉस स्टेट डोमेस्टिक प्रोडक्ट, ठीक है, आज कंपेयर टू अ रेवेन्यू डेफिसिट ऑफ 3.5%, राइट। पॉइंट है कि पिछली बार नालों जिहड़ा तुहाडा रेवेन्यू डेफिसिट आ मतलब जो गैप है वो घट है, मतलब तुसीं पिछले साल नालों वधिया परफॉर्म करोगे, इज द सिंपल मतलब ये है। फिजिकल डेफिसिट आप गल कर चुके हाँ, टोटल खर्चे के टोटल कमाई माइनस कर दो एक्सक्लूडिंग बोरोइंग्स, तो वो हैगा अपना टारगेट टू 3.8% ऑफ द ग्रॉस स्टेट डोमेस्टिक प्रोडक्ट, इन्ना रहेगा वैल्यू, ठीक है जी। ओके सो GDP आप गल कर चुके हैं कि सॉरी ग्रॉस स्टेट डोमेस्टिक प्रोडक्ट की गल कर चुके हैं विच इज़ नाउ एट बेटर टर्म्स। अच्छा चलो सरकार कितना खर्चा करेगी आप पहले ही गल कर चुके हैं, इन्ना टोटल बजट एक्सपेंडिचर इज़ 2.36 लाख करोड़, ठीक है जी। अफेक्टिव रेवेन्यू डेफिसिट कितना है 2.51% एंड फिजिकल डेफिसिट कितना है 3.84%, पहले भी आप डिस्कस करके आए हैं। वाई आई एम डिस्कसिंग अगेन जस्ट टू मेक यू पीपल श्योर दैट द टर्म्स आर वेरी वेरी इंपॉर्टेंट। व्हाट इज रेवेन्यू डेफिसिट, व्हाट इज अफेक्टिव रेवेन्यू डेफिसिट, व्हाट इज फिजिकल डेफिसिट, सारिया टर्म्स आपको पता होनी चाहिए ने, एंड आप बहुत अच्छी तो लाइक ईजी लैंगुएज के डिस्कस करने की कोशिश की है, ठीक है जी। एक बार तुम देख लेना है। अच्छा जी हुण एक बारी सरकार ने जो अपन दसिया कि भी वो कित्थों कमाएंगे कित्थे लगेगा, वो आप एक बार देख लेने। वो कह रहे हैं कि अगर असी 1 रुपये लाइक इफ वी आर अर्निंग 1 रुपी, ठीक है, असी 1 रुपी अर्न कर रहे हैं तो कित्थों कित्थों आ रहा, ठीक है। 1 रुपी कम 1 रुपी सपोज जी गवर्नमेंट है वो कमा पा रही है, कित्थों कित्थों आ रहा है। इत्थे इंपॉर्टेंट की होएगा शेयर, जो UPSC भी पूछ रही है, ठीक है, शेयर कि कितों ज़्यादा कमाई हो रही है, इतों आप क्वेश्चन बन सकते। सब तो वध सरकार की जी कमाई आ वो खुद के टैक्स रेवेन्यू तो होंगी है। सरकार टैक्स किस फॉर्म के लैंदी आ, GST हो गया, राइट, जो स्टेट GST हो गया, वो बिना कस्टम ड्यूटीज़ हो गई, एक्साइज ड्यूटी जी होगी, वैट हो गया, ठीक है, ये सारे टैक्स ने, ये सारे जो सरकार के खुद के टैक्स ने, सब तो वध कमाई सरकार को अपने टैक्स तो हो रही है। ओन टैक्स रेवेन्यू ये याद रखना है सब तो ज़्यादा, ठीक है। तो 38.96 पैसे आप सरकार है जी अपने स्टेट रेवेन्यू तो वो खरीदेगी तो कमाएगी, ठीक है। सैकेंड पब्लिक डेट, तो सैकेंड सब तो वध पैसा कितों सरकार चक रही है, डेट कर्जा, ये भी इंपॉर्टेंट है। तो आप एक जो करनोलॉजी याद रखना कि भाई जो स्टेट का खुद का टैक्स रेवेन्यू है वो सब तो ज़्यादा कमाई करवा रहा सरकार नूं, उदों बाद अपना हो गया पब्लिक डेट, ठीक है, सरकार का जो लोन होएगा, ठीक है, ये अपन ध्यान च रखना। उधर बाद की होएगा सेंट्रल जो टैक्स ने जो सरकार नूं शेयर होंगे ना 293 आर्टिकल के अंडर, ये तुहानूं पता होएगा वो कमाई होएगी। उधर बाद अपने को की आऊगा जो नॉन टैक्स रेवेन्यू है वो सरकार का नॉन टैक्स रेवेन्यू, वो तो बाद लास्ट आएगी ग्रांट इन एड जो ग्रांट्स मिलदियां ने सेंट्रल सरकार दे वल्लों, ठीक है। मतलब एक जो पैटर्न है ना ऑर्डर ट्रेंड वो अपन याद रखना पड़ेगा कि जो भी सरकार कमा रही है, सरकार जो कमाई है अगर 1 रुपया कमा रही है तो सब तो वध कमाई अपने स्टेट रेवेन्यू तो हो रही है, ठीक है। दूजा डेट तो हो रही है जो कर्जा चक रही है। थर्ड जो सेंटर सरकार तो उन्होंने लोन मिलते हैं, फिर जो ग्रांट्स मिलदियां ने, ये पैटर्न मैनूं पता होना चाहिए कि वध सब तो वध कॉन्ट्रीब्यूट कौन कर रहा है, सब तो घट कौन कर रहा है, ठीक है। उधर बाद बाकी वैल्यूज आप नहीं जाना, आप सिर्फ इहदा जो ट्रेंड है वो याद रखना। अच्छा पहले आप डिस्कस करके आए कि भी पैसा आऊगा कितों, राइट, 1 रुपया कमा रहा कितों कितों आऊगा। हुण गल कर रहे कि पैसा जाएगा कित्थे, खर्चा सब का सरकार का खर्चा कित्थे कित्थे हो रहा, याद रखना है सब तो वध जो सरकार का खर्चा है वो कित्थे होएगा, अदर रेवेन्यू एक्सपेंडिचर दे विच। हुण अदर रेवेन्यू एक्सपेंडिचर की होया, रेवेन्यू आप पढ़िया सी रीकरिंग एक्सपेंडिचर खर्चा जो रोज़मर्रा के खर्चे ने, डे टू डे एक्सपेंसिस, एडमिनिस्ट्रेटिव एक्सपेंसिस, किन्ने डिपार्टमेंट ने सरकार जो रन करते हैं, सैलरीज देनिया ने, जो रोज़मर्रा के खर्चे है उन्होंने वास्ते सब तो ज़्यादा सरकार पैसा खर्च रही है। दूसरे नंबर तक अगर आप गल करिए तो अपने को है सैलरीज एंड वेजिस, दूसरे नंबर पहले नंबर पर एडमिनिस्ट्रेटिव एक्सपेंसिस, दूजे ते सैलरीज एंड वेजिस, इतने सरकार का बहुत पैसा जाता है। अब थर्ड गल करिए
ਜਾਂ ਰੀਪੇਮੈਂਟ ਆਫ ਡੈਟ, ਉਹਦੇ 'ਤੇ ਸਰਕਾਰ ਪੈਸਾ ਲਊਗੀ, ਪੈਸਾ ਦੇਗੀ ਵੀ ਨਾ, ਰਾਈਟ, ਤੇ ਉੱਥੇ ਜਾਏਗਾ। ਉਹਦੇ ਬਾਅਦ ਗੱਲ ਕਰੀਏ ਇੰਟਰਸਟ ਪੇਮੈਂਟਸ, ਜੋ ਲੋਨ ਲਏ ਹੋਏ ਆ ਉਹਦਾ ਜਿਹੜਾ ਰੇਟ ਆਫ ਇੰਟਰਸਟ ਪੇ ਕਰਨਾ ਪੈਂਦਾ ਉਹਦੇ 'ਚ ਜਾਏਗਾ, ਠੀਕ ਹੈ। ਸੋ ਮਤਲਬ ਪੂਰਾ ਨਹੀਂ, ਮੈਨੂੰ ਆਈਡੀਆ ਹੋਣਾ ਚਾਹੀਦਾ ਕਿ ਬਈ ਅਗਰ ਸਰਕਾਰ ਪੈਸਾ ਲਗਾ ਰਹੀ ਹੈ, ਸਭ ਤੋਂ ਜ਼ਿਆਦਾ ਪੈਸਾ ਲਗਾਏਗੀ ਅਦਰ ਰੈਵਨਿਊ ਐਕਸਪੈਂਡੀਚਰ 'ਤੇ, ਉਹਦੇ ਤੋਂ ਬਾਅਦ ਜਿਹੜੀ ਵੇਜਸ ਨੇ, ਫਿਰ ਡੈਟ 'ਤੇ। ਇੰਨਾ ਕੁ ਆਈਡੀਆ ਮੈਨੂੰ ਹੋਣਾ ਚਾਹੀਦਾ। ਅਗੇਨ ਟਰਾਈ ਟੂ ਅੰਡਰਸਟੈਂਡ ਦੀ ਪੈਟਰਨ, ਠੀਕ ਹੈ। ਅੱਛਾ ਜੀ, ਉਹਦੇ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ, ਅਗਰ ਸਟੇਟ ਦੀ ਜਿਹੜੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਹੈ, ਠੀਕ ਹੈ, GDP ਦੀ ਗੱਲ ਕਰੀਏ, ਆਈ ਐਮ ਯੂਜ਼ਿੰਗ GDP, ਸਮਝ ਲਿਓ, ਮਤਲਬ ਮੈਂ ਸਟੇਟ ਦੀ ਜਿਹੜੀ ਕਮਾਈ ਉਹਦੀ ਗੱਲ ਕਰ ਰਹੀ ਹਾਂ। ਅਗਰ ਆਪਾਂ ਟ੍ਰੈਂਡ ਦੇਖੀਏ, ਉਹਦੇ ਕੁਐਸਚਨ ਕੀ ਬਣ ਸਕਦਾ ਕਿ ਬਈ ਟ੍ਰੈਂਡ ਕੀ ਦੇਖਿਆ ਗਿਆ, ਕਿ ਅਗਰ ਆਪਾਂ ਕੰਪੇਅਰ ਕਰੀਏ 2020 ਤੋਂ ਜਿਹੜੀ ਆਪਣੀ ਗਰੋਥ ਹੈ ਉਹ ਰਾਈਜ਼ ਹੀ ਕਰ ਰਹੀ ਹੈ, ਚਾਹੇ ਕਰੰਟ ਪ੍ਰਾਈਸ ਤੇ ਦੇਖ ਲਓ, ਚਾਹੇ ਕੌਂਸਟੈਂਟ ਪ੍ਰਾਈਸ ਤੇ ਦੇਖ ਲਓ। ਹੋਪ ਇਹ ਚੀਜ਼ ਆਪਾਂ ਨੂੰ ਪਤਾ ਹੋਏਗੀ ਬਈ ਜਦੋਂ ਆਪਾਂ ਸੈਂਟਰ ਲੈਵਲ ਤੇ ਵੀ GDP ਕੈਲਕੂਲੇਟ ਕਰਦੇ ਹਾਂ, ਇੱਕ ਹੁੰਦੀ ਹੈ ਰੀਅਲ GDP, ਇੱਕ ਹੁੰਦੀ ਹੈ ਨੋਮੀਨਲ GDP, ਰਾਈਟ। ਸੌਰੀ, ਰੀਅਲ GDP ਕੀ ਹੁੰਦੀ ਹੈ ਕਿ ਤੁਸੀਂ ਜੋ ਵੀ ਤੁਹਾਡੇ ਇੱਕ ਸਾਲ 'ਚ ਪ੍ਰੋਡਕਸ਼ਨ ਹੋਈ ਆ, ਮਲਟੀਪਲਾਈ ਬਾਈ ਦੀ ਪ੍ਰਾਈਸ ਜੋ ਕੌਂਸਟੈਂਟ ਰੱਖਿਆ ਹੁੰਦਾ ਤੁਸੀਂ, ਜਿਵੇਂ ਆਪਾਂ ਨੇ ਕਿਹੜਾ ਰੱਖਿਆ ਹੋਇਆ 2011-12, ਠੀਕ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਨੋਮੀਨਲ GDP ਦੇ ਵਿੱਚ ਕੀ ਕਰਦੇ ਹਾਂ ਕਿ ਕਰੰਟ ਪ੍ਰੋਡਕਸ਼ਨ ਕਿੰਨੀ ਹੈ ਅਤੇ ਕਰੰਟ ਪ੍ਰਾਈਸ ਕੀ ਚੱਲ ਰਿਹਾ, ਇਨਫਲੇਸ਼ਨ ਨੂੰ ਵੀ ਤੁਸੀਂ ਦੇਖਦੇ ਹੋ, ਸਮਝ ਪਾ ਰਹੇ ਹੋ, ਠੀਕ ਹੈ। ਮਤਲਬ ਕੌਂਸਟੈਂਟ ਪ੍ਰਾਈਸ 'ਤੇ ਕੀ ਹੁੰਦਾ ਕਿ ਸਪੋਜ਼ ਆਪਾਂ ਆਪਣੇ ਦੇਸ਼ ਦੇ ਵਿੱਚ 5 ਐਪਲ ਉਗਾਇਆ, ਠੀਕ ਹੈ, ਅਤੇ 2011 ਦੇ ਵਿੱਚ 11-12 ਦੇ ਵਿੱਚ ਇੱਕ ਐਪਲ ਦਾ ਜਿਹੜੀ ਅਮਾਊਂਟ ਸੀਗੀ ਉਹ 10 ਰੁਪਏ ਸੀ, ਠੀਕ ਹੈ। ਤਾਂ ਅੱਜ GDP ਕਿੰਨੀ ਬਣਦੀ ਹੈ, ਪ੍ਰੋਡਕਸ਼ਨ ਕਿੰਨੀ ਹੋਈ ਆ 5 ਐਪਲ ਦੀ, ਪ੍ਰਾਈਸ ਕਿੰਨਾ ਸੀਗਾ 10 ਰੁਪਏ ਇੱਕ ਦਾ, ਤਾਂ ਟੋਟਲ GDP ਕਿੰਨੀ ਹੋਊਗੀ 50 ਰੁਪਏ, ਸਿੰਪਲ। ਅਗਰ ਮੈਂ ਗੱਲ ਕਰਾਂ ਕਰੰਟ ਬੇਸਿਸ ਦੀ, ਨੋਮੀਨਲ GDP ਦੀ, ਤਾਂ ਅੱਜ ਕਿੰਨੀ ਪ੍ਰੋਡਕਸ਼ਨ ਹੋ ਰਹੀ ਆ 5 ਐਪਲ, ਅੱਜ ਪ੍ਰਾਈਸ ਕਿੰਨਾ ਹੈ 50 ਰੁਪਏ ਇੱਕ ਐਪਲ ਦਾ, ਟੋਟਲ ਕਿੰਨੀ ਹੋਈ 250 ਰੁਪਏ, ਅੱਜ GDP ਕਿੰਨੀ ਬਣਦੀ ਹੈ 250। ਸੋ 250 ਰੁਪਏ ਜਿਹੜੀ GDP ਹੈ ਉਹ ਕਿਹੜੀ ਆਪਣੀ ਨੋਮੀਨਲ GDP, ਜਿਹੜੀ ਆਪਣੀ 50 ਰੁਪਏ ਸੀ ਉਹ ਕੀ ਸੀ ਆਪਣੀ ਰੀਅਲ GDP, ਠੀਕ ਹੈ। ਸੋ ਇਹ ਕਰੰਟ ਪ੍ਰਾਈਸ ਤੁਸੀਂ ਕੈਲਕੂਲੇਟ ਕਰਦੇ ਹੋ ਵੈਲਿਊ ਕਿਸੇ ਵੀ ਚੀਜ਼ ਦੀ, ਇੱਕ ਤੁਸੀਂ ਕੌਂਸਟੈਂਟ ਪ੍ਰਾਈਸ 'ਤੇ ਕਰਦੇ ਹੋ। ਕੌਂਸਟੈਂਟ ਇੱਕ ਸਾਲ ਆਪਾਂ ਕਰ ਲੈਂਦੇ ਹਾਂ ਫਾਈਨਲ, ਜਿਵੇਂ 2011-12। ਸੇਮ ਗੋਸ ਪਰ ਪੰਜਾਬ, ਹੁਣ ਪੰਜਾਬ 'ਚ ਇੱਕ ਸਾਲ ਦੇ ਵਿੱਚ ਜੋ ਵੀ ਪ੍ਰੋਡਿਊਸ ਹੋਇਆ ਉਹ ਤੁਸੀਂ ਦੋ ਤਰੀਕੇ ਨਾਲ ਕੈਲਕੂਲੇਟ ਕਰੋਗੇ। ਇੱਕ, ਜਿੰਨੀ ਵੀ ਪ੍ਰੋਡਕਸ਼ਨ ਆ ਉਹਨੂੰ ਮਲਟੀਪਲਾਈ ਕਰ ਦਿਓ ਜੋ ਅੱਜ ਉਸ ਚੀਜ਼ ਦਾ ਪ੍ਰਾਈਸ ਹੈ, ਉਹਨੂੰ ਬੋਲ ਦਿੰਦੇ ਹੋ ਕੌਂਸਟੈਂਟ ਪ੍ਰਾਈਸ, ਤੇ ਕਿੰਨੀ ਬਣਦੀ ਹੈ ਤੁਹਾਡੀ ਸਰਕਾਰ ਦੀ ਗ੍ਰੋਸ ਸਟੇਟ GDP। ਅਗਰ ਆਪਾਂ ਗੱਲ ਕਰੀਏ ਕਿ ਜੋ ਵੀ ਅੱਜ ਕਮਾਈ ਹੋਈ ਹੈ ਉਹਨੂੰ ਮਲਟੀਪਲਾਈ ਕਰ ਦਿਓ ਵਿਦ ਕੌਂਸਟੈਂਟ ਪ੍ਰਾਈਸ ਜੋ 11-12 ਦੇ ਵਿੱਚ ਸੀਗਾ, ਉਹਨੂੰ ਤੁਸੀਂ ਕੀ ਬੋਲ ਦਿੱਤਾ ਕੌਂਸਟੈਂਟ ਪ੍ਰਾਈਸ, ਠੀਕ ਹੈ। तो करंट प्राइस से होगी, एक कॉन्स्टेंट प्राइस से होगी। तो आपने ध्यान की रखना है कि बई चाहे कॉन्स्टेंट प्राइस की गल है चाहे करंट प्राइस की गल है, जी अपनी पंजाब की ग्रॉस स्टेट डोमैस्टिक प्रोडक्ट है उन्होंने राइज देखने को मिल रहा है। इन्ना क पॉइंट मेरे दिमाग से होना चाहिए बस, ठीक है। सो इधर कंपेयर कर विद इंडिया GDP, सो इंडिया की GDP के काफ़ी फ्लक्चुएशन ने, पर जी पंजाब की GDP है वो नॉर्मल रही है, ऑल्दो वी हैव सीन अ डिक्रीज बट इट इज़ नॉर्मली दी कॉन्स्टेंट रेडी अपन शो कर रही है। उत्थे कंपेयर किया विद दी इंडियन गवर्नमेंट, बट पंजाब की गल करिए वी आर सीइंग द कॉन्स्टेंट राइज, चाहे बहुत थोड़ा है बट यस कोई डिक्रीज अपन देखने को एक तरीके नाल नहीं मिले, ठीक है जी। अगे देखते हैं ओके अगर आप रेवेन्यू सीट की गल करिए, रेवेन्यू सीट जो रोज़मर्रा की कमाई है वो भी जी अपनी पंजाब सरकार की है वो अपन इतों देखने मिल सकती है कि यह वधी है। उन्होंने गल की है कि भी जो सेंटर के ट्रांसफर ने जो सेंटर जो भी सेंटर कोई टैक्स लगाती है वह कुछ शेयर जो स्टेट में जाता है कहने भावें वो घटे है, ठीक है। GST तो बाद भी चेंजेस आए हैं बट जो सरकार का खुद का रेवेन्यू सीट है वो वध रही है, सरकार की जी खुद की कमाई है खुद के टैक्स रेवेन्यू तो वध रही है, ये अपन पता होना चाहिए। हुण आप गल कर रहे हैं स्टेट ओन टैक्स रेवेन्यू, ये बहुत इंपॉर्टेंट पॉइंट है बई। आप गल करिए कि टैक्स रेवेन्यू जोड़ा है सरकार खुद जो टैक्स कमा रही है किहड़े टैक्स ने वो भी सब तो वध जो शेयर है वो किहदा है GST का है। 44% जो अपने रेवेन्यू तो अपने टैक्सेस तो कमाई होंगी है सरकार की पंजाब सरकार की वो आपको कितों मिलती है GST तो मिलती है 44%, ठीक है। ये ध्यान से रखना। फिर 18% स्टेट की एक्साइज ड्यूटी है दूसरे नंबर पर, तीसरे नंबर पर वैट है, ठीक है, वैल्यू एडिशन टैक्स, राइट, ये है अपना 13% से। उधर बाद अपने को स्टैंप एंड रजिस्ट्रेशन है 11% से, फिर अपने को है टैक्स ऑन व्हीकल 7%, ठीक है, इलैक्ट्रिसिटी ड्यूटी है 6%, 1% अदर्स। सो ये अपन पूछा जा सकता कि भाई स्टेट का जो टैक्स रेवेन्यू है खुद का वो किस टैक्स की कितनी कॉन्ट्रीब्यूशन है, सब तो वध GST की है, दूजे नंबर पर स्टेट एक्साइज ड्यूटी की है, थर्ड अपने को है दैट इज़ वैट। ये क्रॉनोलॉजी अपन याद रखनी पैनी है, ठीक है। बाकी राइज हो रहे, ठीक है, टैक्स रेवेन्यू के राइज आप पहले भी गल करिए कि सरकार जी अपनी कमाई है अपने टैक्सेस तो वो अपन वध रही ही दिख रही है।
ਅਬਰ ਅਗਰ ਨॉन ਟੈਕਸ ਰੈਵਨਿਊ ਦੀ ਗੱਲ ਕਰੀਏ, ਹੁਣ ਟੈਕਸ ਰੈਵਨਿਊ ਕੀ ਹੋ ਗਿਆ, ਜੋ ਕਮਾਈ ਸਰਕਾਰ ਨੂੰ ਟੈਕਸ ਕਲੈਕਸ਼ਨ ਤੇ ਮਿਲ ਰਹੀ ਹੈ ਉਹ ਗਿਆ ਟੈਕਸ ਰੈਵਨਿਊ। ਨॉन ਟੈਕਸ ਰੈਵਨਿਊ ਕੀ ਹੁੰਦਾ ਸਰਕਾਰ ਦਾ, ਟੈਕਸ ਤੋਂ ਬਿਨਾਂ ਜੋ ਕਮਾਈ ਹੈ, ਫਾਈਨ, ਗ੍ਰਾਂਟ, ਕੰਟਰੀਬਿਊਸ਼ਨ, ਠੀਕ ਹੈ, ਇਹ ਸਾਰਾ ਜਿਹੜਾ ਪੈਸਾ ਉਹਨੂੰ ਮਿਲਦਾ ਹੈ ਉਹ ਸਾਰਾ ਆਪਣੇ ਕੋਲ ਕੀ ਹੋ ਜਾਂਦਾ, ਨॉन ਟੈਕਸ ਰੈਵਨਿਊ। ਹੁਣ ਨॉन ਟੈਕਸ ਰੈਵਨਿਊ ਦੀ ਗੱਲ ਕਰ ਸਕਦੇ ਹੋ, ਨॉन ਟੈਕਸ ਰੈਵਨਿਊ ਦੇ ਵਿੱਚ ਕਿੱਥੋਂ ਕਿੱਥੋਂ ਆ ਰਿਹਾ ਪੈਸਾ। ਇੱਕ ਤਾਂ ਤੁਹਾਨੂੰ ਪਤਾ ਹੈ ਕਿ ਫਾਈਨਾਂਸ ਕਮਿਸ਼ਨ ਡਿਸਾਈਡ ਕਰਦਾ ਨਾ, ਆਰਟੀਕਲ 280 ਅੰਡਰ ਫਾਈਨਾਂਸ ਕਮਿਸ਼ਨ ਡਿਸਾਈਡ ਕਰਦਾ ਹੈ ਕਿ ਬਈ ਕਿੰਨਾ ਸ਼ੇਅਰ ਜਿਹੜਾ ਹੈਗਾ ਉਹ ਸੈਂਟਰ ਤੋਂ ਸਟੇਟ ਨੂੰ ਜਾਏਗਾ, ਉੱਥੋਂ ਪੈਸਾ ਆ ਰਿਹਾ। ਉਹਦੇ ਬਿਨਾਂ ਜਿਹੜੇ ਸੈਂਟਰਲੀ ਸਪੋਂਸਰਡ ਸਕੀਮਸ ਹੁੰਦੀਆਂ ਨੇ, ਜੋ ਪਲਾਨ ਕਰਦੀ ਆ ਸੈਂਟਰ ਗਵਰਨਮੈਂਟ, ਬਟ ਇੰਪਲੀਮੈਂਟ ਕੌਣ ਕਰਦੀ ਆ, ਸਟੇਟ ਗਵਰਨਮੈਂਟ, ਤੇ ਪੈਸਾ ਸੈਂਟਰ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਆਪਣੀਆਂ ਸਟੇਟ ਗਵਰਨਮੈਂਟਸ ਨੂੰ, ਉੱਥੋਂ ਜਿਹੜੀ ਕਮਾਈ ਹੈ। ਸੋ ਇਹ ਦੋ ਫੈਕਟਰਸ ਨੇ ਜਿੱਥੋਂ ਆਪਾਂ ਨੂੰ ਕਮਾਈ ਹੋ ਰਹੀ ਹੈ, ਤੇ ਜ਼ਿਆਦਾ ਕਿੱਥੋਂ ਹੋ ਰਹੀ ਹੈ, ਸੈਂਟਰਲੀ ਸਪੌਂਸਰਡ ਸਕੀਮਸ ਤੋਂ। ਐਂਡ ਸੈਕਿੰਡ ਨੰਬਰ ਤੇ ਤੁਹਾਡੇ ਜਿਹੜੀ ਵੀ ਸਰਕਾਰ ਤੁਹਾਨੂੰ ਪੈਸਾ ਦਿੰਦੀ ਆ ਆਫਟਰ ਦੀ ਰਿਕਮੈਂਡੇਸ਼ਨਸ ਆਫ ਫਾਈਨਾਂਸ ਕਮਿਸ਼ਨ। ਸੋ ਇੱਕ ਇੱਥੋਂ ਕਮਾਈ ਆਪਣੀ ਪੰਜਾਬ ਸਰਕਾਰ ਨੂੰ ਹੋ ਰਹੀ ਹੈ, ਠੀਕ ਹੈ ਜੀ। ਅੱਛਾ, ਅਗਰ ਆਪਾਂ ਹੁਣ ਗੱਲ ਕਰੀਏ ਖਰਚੇ ਦੀ, ਹੁਣ ਕਮਾਈ ਦੀ ਗੱਲ ਹੋ ਗਈ, ਖਰਚੇ ਦੀ ਗੱਲ ਕਰੀਏ ਕਿ ਅਗਰ ਸਰਕਾਰ ਕੋਈ ਪੈਸਾ ਕਮਾਉਂਦੀ ਹੈ ਤਾਂ ਖਰਚਾ ਜਦੋਂ ਕਰਦੀ ਹੈ, ਸਭ ਤੋਂ ਵੱਧ ਖਰਚਾ ਕਿੱਥੇ ਹੁੰਦਾ, ਉਦੋਂ ਘੱਟ ਕਿੱਥੇ, ਇਹਦਾ ਵੀ ਜਿਹੜਾ ਆਰਡਰ ਹੈ ਉਹ ਮੈਨੂੰ ਪਤਾ ਹੋਣਾ ਚਾਹੀਦਾ। ਇਹ ਤੁਸੀਂ ਕਲੀਅਰਲੀ ਦੇਖ ਸਕਦੇ ਹੋ। ਅਗਰ ਆਪਾਂ ਚੈੱਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਸਰਕਾਰ ਦਾ ਖਰਚਾ ਹੈ ਉਹ ਹੁੰਦਾ ਹੈ ਸੈਲਰੀ ਐਂਡ ਵੇਜਸ 'ਤੇ, ਠੀਕ ਹੈ, 25% ਦੇ ਅਰਾਊਂਡ, ਠੀਕ ਹੈ, 25% ਦੇ ਅਰਾਊਂਡ ਦਾ ਸਰਕਾਰ ਦਾ ਖਰਚਾ ਹੈ ਉਹ ਸੈਲਰੀ ਐਂਡ ਵੇਜਸ 'ਤੇ ਹੁੰਦਾ। ਇਹ ਆਪਾਂ ਪਤਾ ਹੋਣਾ ਚਾਹੀਦਾ। ਪਹਿਲੇ ਨੰਬਰ ਤੇ ਇਹ ਹੋ ਗਿਆ। ਆਪਾਂ ਦੂਸਰੇ ਨੰਬਰ ਦੀ ਗੱਲ ਕਰੀਏ ਅਦਰ ਰੈਵਨਿਊ ਐਕਸਪੈਂਡੀਚਰ, ਆਪਾਂ ਪਹਿਲੀ ਗੱਲ ਕਰਕੇ ਆਏ ਹਾਂ। ਥਰਡ ਤੇ ਇੰਟਰਸਟ ਪੇਮੈਂਟਸ, ਠੀਕ ਹੈ ਜੀ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਅੱਛਾ ਜੀ, ਫੋਰਥ ਤੇ ਪੈਨਸ਼ਨਸ ਹੋ ਗਈਆਂ, ਪਾਵਰ ਸਬਸਿਡੀ ਹੋ ਗਿਆ, ਇਹ ਫੋਰਥ ਨੰਬਰ ਤੇ ਹੋ ਗਿਆ। ਸੋ ਅਗੇਨ ਚੀਜ਼ ਮੈਨੂੰ ਥੋੜਾ ਜਿਹਾ ਆਈਡੀਆ ਰਹਿਣਾ ਚਾਹੀਦਾ ਕਿ ਵੀ ਸਭ ਤੋਂ ਜ਼ਿਆਦਾ ਸੈਲਰੀ ਵੇਜਸ ਤੇ ਹੈ, ਫਿਰ ਅਦਰ ਐਕਸਪੈਂਡੀਚਰਸ ਤੇ ਹੈ, ਫਿਰ ਤੁਹਾਡੇ ਕੋਲ ਪੈਨਸ਼ਨਸ ਵਗੈਰਾ ਨਹੀਂ। ਸੋ ਇਹ ਜਿਹੜਾ ਆਈਡੀਆ ਹੈ, ਇਹ ਜਿਹੜਾ ਇੱਕ ਆਰਡਰ ਹੈ ਉਹ ਆਪਾਂ ਨੂੰ ਯਾਦ ਰੱਖਣਾ ਪਵੇਗਾ, ਠੀਕ ਹੈ। ਉਹਦੇ ਤੋਂ ਬਾਅਦ ਅਗਰ ਆਪਾਂ ਰੈਵਨਿਊ ਡੈਫਿਸਿਟ ਦੀ ਗੱਲ ਕਰੀਏ ਕਿ ਫਿਜ਼ੀਕਲ ਡੈਫਿਸਿਟ ਦੀ ਗੱਲ ਕਰੀਏ, ਜੋ ਆਪਣਾ ਗੈਪ ਹੈ, ਅਗਰ ਉਹਦਾ ਟ੍ਰੈਂਡ ਆਪਾਂ ਨੋਟ ਕਰੀਏ ਤਾਂ ਉਹ ਘਟਦਾ ਜਾ ਰਿਹਾ, ਵਿਚ ਇਜ਼ ਅ ਗੁੱਡ ਪੁਆਇੰਟ, ਠੀਕ ਹੈ। ਡੈਫਿਸਿਟ ਕੀ ਹੈ, ਗੈਪ, ਕਿ ਤੁਹਾਡੀ ਕਮਾਈ ਤੇ ਤੁਹਾਡੇ ਖਰਚੇ ਵਿੱਚ ਜਿਹੜਾ ਗੈਪ ਹੈ ਉਹ ਡੈਫਿਸਿਟ ਹੈ। ਅਗਰ ਉਹ ਘਟਦਾ ਜਾਏ ਤਾਂ ਅੱਛੀ ਗੱਲ ਹੈ ਨਾ, ਕਿ ਮੈਂ ਤੁਸੀਂ ਜ਼ਿਆਦਾ ਕਮਾ ਰਹੇ ਹੋ ਜਾਂ ਤੁਸੀਂ ਘੱਟ ਖਰਚ ਰਹੇ ਹੋ, ਰਾਈਟ। ਸੋ ਰੈਵਨਿਊ ਡੈਫਿਸਿਟ ਦੀ ਗੱਲ ਕਰ ਲਓ, ਫਿਜ਼ੀਕਲ ਡੈਫਿਸਿਟ ਦੀ ਗੱਲ ਕਰ ਲਓ, ਪ੍ਰਾਇਮਰੀ ਡੈਫਿਸਿਟ ਦੀ ਗੱਲ ਕਰ ਲਓ, ਅਗਰ ਆਪਾਂ ਟ੍ਰੈਂਡ ਦੇਖੀਏ ਤਾਂ ਉਹ ਘਟਦਾ ਹੀ ਜਾ ਰਿਹਾ, ਵਿਚ ਇਜ਼ ਅ ਗੁੱਡ ਪੁਆਇੰਟ। ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਅੱਛਾ ਜੀ, ਠੀਕ ਹੈ। ਅੱਛਾ, ਉਹਦੇ ਤੋਂ ਬਾਅਦ ਅਗਰ ਆਪਾਂ ਇਹ ਗੱਲ ਕਰੀਏ ਕਿ ਬਈ ਸੈਕਟੋਰਲ ਪਲਾਨ ਐਲੋਕੇਸ਼ਨ ਕੀ ਹੈ, ਕਿ ਸਰਕਾਰ ਕਿੱਥੇ ਕਿੱਥੇ ਪੈਸਾ ਖਰਚੇਗੀ ਜਦੋਂ ਸੋਸ਼ਲ ਵੈਲਫੇਅਰ ਦੀ ਗੱਲ ਆਉਂਦੀ ਹੈ, ਜਦੋਂ ਲੋਕਾਂ ਦੀ ਭਲਾਈ ਦੀ ਗੱਲ ਆਉਂਦੀ ਹੈ, ਤੇ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਹੈ ਉਹ ਜਾਏਗਾ ਸੋਸ਼ਲ ਸਰਵਿਸਿਜ਼ ਦੇ ਉੱਪਰ, ਠੀਕ ਹੈ। ਹੈਲਥ, ਐਜੂਕੇਸ਼ਨ, ਜੋ ਵੀ ਸੋਸ਼ਲ ਸੈਕਟਰਸ ਨੇ ਉੱਥੇ ਪੈਸਾ ਖਰਚਿਆ ਜਾਏਗਾ ਸਰਕਾਰ ਵੱਲੋਂ ਸਭ ਤੋਂ ਜ਼ਿਆਦਾ, 62%। ਇਟਸ ਅ ਗੁੱਡ ਅਮਾਊਂਟ। ਅਗਰ ਆਪਾਂ ਸੈਕਿੰਡ ਦੀ ਗੱਲ ਕਰੀਏ, ਸੈਕਿੰਡ ਨੰਬਰ 'ਤੇ ਆਪਣੇ ਕੋਲ ਆ ਗਿਆ ਰੂਰਲ ਡਿਵੈਲਪਮੈਂਟ। ਰੂਰਲ ਡਿਵੈਲਪਮੈਂਟ 10% ਖਰਚਾ ਹੋਏਗਾ। ਐਂਡ ਇਹ ਪ੍ਰੀਲਿਮਸ ਦੀ ਤਾਂ ਇੰਪੋਰਟੈਂਟ ਹੈ ਹੀ ਨੇ ਪੁਆਇੰਟ, ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ ਤੁਹਾਡੇ ਮੇਨਸ ਦੇ ਵਿੱਚ ਵੀ, ਠੀਕ ਹੈ। ਅੱਛਾ, ਉਹਦੇ ਬਿਨਾਂ ਅਗਰ ਆਪਾਂ ਇੱਥੇ ਗੱਲ ਕਰੀਏ, ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਇੱਥੇ ਹੈ। ਫਿਰ 6% ਆਪਣੇ ਕੋਲ ਐਗਰੀਕਲਚਰ ਤੇ ਅਲਾਈਡ ਦੇ ਵਿੱਚ ਹੈ, ਠੀਕ ਹੈ। ਸਭ ਤੋਂ ਵੱਧ ਸੋਸ਼ਲ ਸਰਵਿਸਿਜ਼, ਦੂਜੇ ਨੰਬਰ 'ਤੇ ਰੂਰਲ ਡਿਵੈਲਪਮੈਂਟ, ਤੀਜੇ ਨੰਬਰ 'ਤੇ ਐਗਰੀਕਲਚਰ ਐਂਡ ਅਲਾਈਡ ਸੈਕਟਰ। ਤੋ ਅਗੇਨ ਇਹ ਚੀਜ਼ ਨੂੰ ਇੱਕ ਵਾਰੀ ਪੜ੍ਹੋਗੇ ਤੇ ਕਰਨੋਲੋਜੀ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ, ਠੀਕ ਹੈ। ਓਕੇ, ਨਾਓ ਇੱਥੇ ਤੱਕ ਆਪਾਂ ਨੇ ਕੁਝ ਖਾਸ ਡਿਸਕਸ ਨਹੀਂ ਕੀਤਾ। ਵੀ ਹੈਵ ਜਸਟ ਟਰਾਈ ਟੂ ਨੋ ਅਬਾਊਟ ਦ ਬੇਸਿਕ ਟਰਮ ਰਿਲੇਟਡ ਟੂ ਬਜਟ, ਠੀਕ ਹੈ। ਐਂਡ ਉਹਦੇ ਤੋਂ ਬਾਅਦ ਆਪਾਂ ਨੇ ਗੱਲ ਕਰੀਏ ਕਿ ਬਈ ਕਿਹੜੀਆਂ ਟਰਮਸ ਯੂਜ਼ ਹੁੰਦੀਆਂ ਨੇ, ਕੀ ਉਹਦਾ ਮਤਲਬ ਹੈ, ਤੇ ਪੰਜਾਬ ਜੋ ਬਜਟ ਪੇਸ਼ ਹੋਇਆ ਉਹਦੇ ਵਿੱਚ ਉਹਨਾਂ ਦਾ ਕੀ ਟਰੈਂਡ ਹੈ, ਕਿੱਥੇ ਵੱਧ ਰਿਹਾ, ਕਿੱਥੇ ਘਟ ਰਿਹਾ, ਸਰਕਾਰ ਕਿੱਥੋਂ ਕਮਾਈ ਕਰ ਰਹੀ ਹੈ, ਕਿੱਥੋਂ ਖਰਚਾ ਕਰ ਰਹੀ ਹੈ, ਠੀਕ ਹੈ। ਇਹ ਬੇਸਿਕ ਆਈਡੀਆ ਹੋਣਾ ਚਾਹੀਦਾ। ਫਰੋਮ ਟਮੋਰੋ ਵੀ ਵਿਲ ਕੰਟੀਨਿਊ ਵਿਦ ਦੀ ਅਦਰ ਥਿੰਗਸ ਲਾਈਕ ਪਰਟੀਕੂਲਰ ਇਨੀਸ਼ੀਏਟਿਵਸ ਦੀ ਗੱਲ ਕਰਾਂਗੇ ਪਰਟੀਕੂਲਰ ਫੀਲਡਸ ਦੇ ਵਿੱਚ, ਠੀਕ ਹੈ। ਸੋ ਮੇਨ ਬਜਟ ਉੱਥੋਂ ਸ਼ੁਰੂ ਹੋਏਗਾ, ਬਟ ਅੱਜ ਆਪਾਂ ਸਿਰਫ ਬੇਸਿਕ ਡਿਸਕਸ ਕੀਤਾ। ਹੋਪ ਯੂ ਵਿਲ ਬੀ ਏਬਲ ਟੂ ਅੰਡਰਸਟੈਂਡ ਦੈਟ। ਐਂਡ ਲੈਟਸ ਮੀਟ ਟਮੋਰੋ ਐਂਡ ਵਿਲ ਕੰਟੀਨਿਊ ਵਿਦ ਦੀ ਬਜਟ, ਠੀਕ ਹੈ। ਥੈਂਕ ਯੂ ਸੋ ਮਚ।